मुझे, पवित्र आत्मा से भर दे मुझे। ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਦੇਣੇ ਪਿਤਾ ਪਰਮੇਸ਼ਵਰ। ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ, ਜਿੰਨੇ ਜਨ ਤੁਸੀਂ ਦੇਖ ਰਹੇ ਹੋ। ਹਾਲੇਲੂਇਆ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਔਰ ਜਿੰਨੇ ਜਨ ਤੁਸੀਂ ਮੇਰੇ ਨਾਲ ਵਰਤ ਪ੍ਰਾਰਥਨਾ ਦੇ ਵਿੱਚ ਬਣੇ ਹੋਏ ਹੋ, 40 ਦਿਨ ਅਸੀਂ ਪਰਮੇਸ਼ਵਰ ਦੀ ਉਡੀਕ ਕਰ ਰਹੇ ਹਾਂ, ਪਰਮੇਸ਼ਵਰ ਦੇ ਉਸ ਮੱਸਾ ਨੂੰ ਲੈ ਰਹੇ ਹਾਂ ਦਿਨ ਪ੍ਰਤੀ ਦਿਨ ਆਪਣੀ ਲਾਈਫ ਦੇ ਵਿੱਚ। ਦਿਨ ਪ੍ਰਤੀ ਦਿਨ ਅਸੀਂ ਪ੍ਰਭੂ ਨੂੰ ਮਹਿਸੂਸ ਕਰ ਰਹੇ ਹਾਂ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਲੈਸ ਕਰੇ। ਆਓ ਅਸੀਂ ਪ੍ਰਾਰਥਨਾ ਕਰਾਂਗੇ ਅੱਜ ਦੇ ਵਚਨ ਦੇ ਲਈ। ਪਰਮੇਸ਼ਵਰ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਬਹੁਤ ਕੁਝ ਸਿਖਾਏ, ਕਿਉਂਕਿ ਪ੍ਰਭੂ ਨੇ ਮੈਨੂੰ ਵੀ ਬਹੁਤ ਕੁਝ ਸਿਖਾਇਆ ਹੈ। ਹਾਲੇਲੂਇਆ। ਸਿਰਫ 1 ਮਿੰਟ ਦੇ ਲਈ ਪ੍ਰਾਰਥਨਾ ਦੇ ਵਿੱਚ ਅਸੀਂ ਚੱਲਾਂਗੇ। ਜਿਸ ਜਗ੍ਹਾ ਤੇ ਵੀ ਦੇਖ ਰਹੇ ਹੋ ਉਸ ਜਗ੍ਹਾ ਤੇ ਪ੍ਰਾਰਥਨਾ ਦੇ ਵਿੱਚ ਬਣੇ ਰਹੀਏ। ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ। ਪਰਮੇਸ਼ਵਰ ਪਿਤਾ, ਅੱਜ ਦਾ ਵਚਨ ਮੇਰੀ ਜ਼ਿੰਦਗੀ ਦੇ ਲਈ ਹੋਏ ਪਿਤਾ, ਮੇਰੀ ਬਿਹਤਰੀ ਦੇ ਲਈ ਹੋਏ। ਪ੍ਰਭੂ ਅੱਜ ਦਾ ਵਚਨ ਪਿਤਾ ਪਰਮੇਸ਼ਵਰ ਮੈਨੂੰ ਸਾਮਰਥ ਦੇਵੇ ਔਰ ਤੁਹਾਡਾ ਵਚਨ ਪ੍ਰਭੂ ਮੇਰੇ ਨਾਲ ਗੱਲ ਕਰੇ। ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੇ ਤੁਹਾਡੇ ਬੇਟੇ ਬੇਟੀਆਂ ਇਸ ਸਮੇਂ ਪ੍ਰਭੂ ਜੀ ਇਸ ਲਾਈਵ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ, ਪ੍ਰਭੂ ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਤੁਹਾਡਾ ਵਚਨ ਪ੍ਰਭੂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਪਿਤਾ 100 ਗੁਣਾ ਫਲ ਲੈ ਕੇ ਆਏ। ਮੈਂ ਪ੍ਰਾਰਥਨਾ ਕਰਦੀ ਪ੍ਰਭੂ ਇਸ ਵਚਨ ਦੇ ਬਾਅਦ ਪਿਤਾ ਪਰਮੇਸ਼ਵਰ ਉਹਨਾਂ ਦੇ ਜੀਵਨ ਸੇਮ ਨਾ ਰਹਿਣ ਪਿਤਾ, ਹਾਲਾਤ ਸੇਮ ਨਾ ਰਹਿਣ ਪਿਤਾ। ਪ੍ਰਭੂ ਤੁਹਾਡਾ ਵਚਨ ਜੀਵਿਤ ਹੈ ਔਰ ਗੁਣਕਾਰੀ ਹੈ। ਪ੍ਰਭੂ ਤੁਹਾਡਾ ਵਚਨ ਪਿਤਾ ਪਰਮੇਸ਼ਵਰ ਕਦੇ ਵੀ ਖਾਲੀ ਵਾਪਿਸ ਨਹੀਂ ਆਉਂਦਾ। ਜ਼ਮੀਨ ਅਸਮਾਨ ਟਲ ਜਾਣਗੇ ਪਰ ਪ੍ਰਭੂ ਤੁਹਾਡੇ ਵਚਨ 'ਚ ਲਿਖਿਆ ਕਿ ਇਹ ਵਚਨ ਕਦੇ ਵੀ ਨਾ ਟਲਣਗੇ। ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ। ਮੈਂ ਆਪਣੇ ਆਪ ਨੂੰ ਵੀ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੀ ਹਾਂ ਪ੍ਰਭੂ। ਤੁਹਾਡੇ ਬਿਨਾਂ ਮੈਂ ਕੁਝ ਨਹੀਂ ਹਾਂ ਔਰ ਕੁਝ ਵੀ ਨਹੀਂ ਕਰ ਸਕਦੀ। ਤੁਸੀਂ ਸਭ ਕੁਝ ਹੋ ਔਰ ਤੁਹਾਡੀ ਸਾਮਰਥ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਦਇਆ ਕਰੋ, ਯਿਸੂ ਮਸੀਹ ਨਾਸਰੀ ਦੇ ਨਾਮ 'ਚ ਮੰਗਦੇ ਹਾਂ, ਆਮੇਨ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪਰਮੇਸ਼ਵਰ ਨੇ ਅੱਜ ਦਾ ਦਿਨ ਸਾਡੀ ਲਾਈਫ ਦੇ ਵਿੱਚ ਦਿੱਤਾ ਔਰ ਪ੍ਰਭੂ ਸਾਨੂੰ ਦਿਨ ਪ੍ਰਤੀ ਦਿਨ ਲੈ ਕੇ ਆ ਰਿਹਾ। ਜਿਸ ਜਗ੍ਹਾ ਤੋਂ ਵੀ ਤੁਸੀਂ ਦੇਖ ਰਹੇ ਹੋ ਪ੍ਰਭੂ ਤੁਹਾਨੂੰ ਬਲੈਸ ਕਰੇ। ਪਰਮੇਸ਼ਵਰ ਇੱਕ ਦੇਸ਼ ਦੇ ਲਈ, ਇੱਕ ਜਾਤੀ ਦੇ ਲਈ, ਇੱਕ ਧਰਮ ਦੇ ਲਈ, ਇੱਕ ਕੌਮ ਦੇ ਲਈ ਨਹੀਂ ਆ, ਉਹ ਸਾਰੇ ਜਗਤ ਦੇ ਲਈ ਆਇਆ। ਬਾਈਬਲ ਦੇ ਵਿੱਚ ਲਿਖਿਆ ਪੂਰੀ ਦੁਨੀਆ ਦੇ ਲਈ। ਹਾਲੇਲੂਇਆ। ਦੁਨੀਆ ਦੇ ਵਿੱਚ ਸਾਰੇ ਦੇਸ਼, ਸਾਰੀਆਂ ਜਾਤੀਆਂ, ਸਾਰੇ ਲੋਕ, ਸਾਰੇ ਧਰਮ ਇਨਵੋਲਵ ਨੇ। ਪ੍ਰਭੂ ਯਿਸੂ ਮਸੀਹ ਪੂਰੇ ਜਗਤ ਦੇ ਲਈ ਆਏ। ਹਾਲੇਲੂਇਆ। ਤੁਸੀਂ ਜਿੰਨੇ ਜਨ ਜਿਸ ਜਗ੍ਹਾ ਤੋਂ ਵੀ ਦੇਖ ਰਹੇ ਹੋ ਪ੍ਰਭੂ ਤੁਹਾਨੂੰ ਬਲੈਸ ਕਰੇ। ਔਰ ਲਾਸਟ ਨਾਈਟ, ਕੱਲ ਦੀ ਰਾਤ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖ ਰਹੇ ਸੀ ਪ੍ਰਭੂ ਦਾ ਅਨੁਗ੍ਰਹ ਹੀ ਸਾਡੇ ਲਈ ਕਾਫੀ ਹੈ। ਆਮੇਨ। ਪ੍ਰਭੂ ਦਾ ਅਨੁਗ੍ਰਹ ਹੀ ਸਾਡੇ ਲਈ ਕਾਫੀ ਹੈ। ਆਮੇਨ। ਪ੍ਰਭੂ ਦੀ ਕਿਰਪਾ ਹੀ ਸਾਡੇ ਲਈ ਕਾਫੀ ਹੈ। ਹਾਲੇਲੂਇਆ। ਮੈਂ ਤੁਹਾਨੂੰ ਸਮਝਾ ਰਹੀ ਸੀ, ਪ੍ਰਭੂ ਦੇ ਵਚਨ ਦੇ ਵਿੱਚ ਸਿਖਾ ਰਹੀ ਸੀ, ਕਿਰਪਾ ਸਾਨੂੰ ਨਹੀਂ ਦੇਖ ਸਕਦੀ ਬਟ ਉਹ ਲਾਈਕ ਏ ਸ਼ੈਡੋ, ਇੱਕ ਪਰਛਾਵਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਵੀ ਦੱਸ ਰਹੀ ਸੀ, ਸਾਡੇ ਉੱਪਰ ਮੇਰੇ ਫੇਸ ਤੋਂ ਤੁਸੀਂ ਦੇਖ ਰਹੇ ਹੋ ਇੱਕ ਪਰਛਾਵਾਂ ਮੇਰੇ ਹੱਥ ਦਾ ਪੈ ਰਿਹਾ ਹੈ। ਇਸ ਤਰ੍ਹਾਂ ਕਿਰਪਾ ਸਾਡੇ ਉੱਪਰ ਹੈ ਪ੍ਰਮੇਸ਼ਵਰ ਦੀ ਗ੍ਰੇਸ। ਹਾਲੇਲੂਇਆ। ਪੌਲੁਸ ਕਹਿੰਦਾ ਪਰਮੇਸ਼ਵਰ ਤੇਰੀ ਗ੍ਰੇਸ ਹੀ ਮੇਰੇ ਲਈ ਕਾਫੀ ਹੈ, ਤੇਰੀ ਕਿਰਪਾ ਹੀ ਮੇਰੇ ਲਈ ਕਾਫੀ ਹੈ। ਪ੍ਰੇਜ਼ ਗॉड। ਔਰ ਅਸੀਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਪ੍ਰਭੂ ਦੇ ਵਚਨ ਦੇ ਵਿੱਚੋਂ ਬਹੁਤ ਕੁਝ ਸਿੱਖ ਰਹੇ ਹਾਂ। ਜਿਸ ਤਰ੍ਹਾਂ ਪ੍ਰਭੂ ਦਾ ਆਤਮਾ ਮੈਨੂੰ ਸਿਖਾ ਰਿਹਾ ਆ, ਉਸੇ ਤਰ੍ਹਾਂ ਮੈਂ ਤੁਹਾਨੂੰ ਸਿਖਾ ਰਹੀ ਹਾਂ। ਹਾਲੇਲੂਇਆ। ਕੱਲ ਰਾਤ ਵੀ ਮੈਂ ਪ੍ਰਾਰਥਨਾ ਕਰ ਰਹੀ ਸੀ, ਨਾਈਟ 2-3 ਵਜੇ, ਅੱਧੀ ਰਾਤ 3 ਵਜੇ ਮੈਂ ਪ੍ਰਾਰਥਨਾ ਕਰ ਰਹੀ ਸੀ ਔਰ ਮੈਂ ਪ੍ਰਭੂ ਨੂੰ ਪੁੱਛ ਰਹੀ ਸੀ, ਪਰਮੇਸ਼ਵਰ ਮੈਂ ਕੱਲ ਕੀ ਸਿਖਾਵਾਂ ਤੁਹਾਡੇ ਲੋਕਾਂ ਨੂੰ, ਤੁਹਾਡੇ ਬੇਟੇ ਬੇਟੀਆਂ ਨੂੰ, ਤੁਹਾਡੇ ਵਚਨ ਦੇ ਵਿੱਚੋਂ ਕੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ। ਹਾਲੇਲੂਇਆ।
ਜਦੋਂ ਮੈਂ 3 ਵਜੇ ਪ੍ਰਾਰਥਨਾ ਕਰ ਰਹੀ ਸੀ, ਪਰਮੇਸ਼ਵਰ ਨੇ 3 ਵਜੇ ਪ੍ਰਾਰਥਨਾ ਦੇ ਵਿੱਚ 3:30 ਤੋਂ 4 ਵਜੇ ਤੱਕ ਮੈਨੂੰ ਪ੍ਰਭੂ ਨੇ ਵਚਨ ਦੇ ਵਿੱਚੋਂ ਗੱਲ ਕੀਤੀ, ਔਰ ਉਹ ਵਚਨ ਮੈਂ ਆਲਰੇਡੀ ਪੋਸਟ ਕਰ ਦਿੱਤਾ ਸੀ, ਰਾਈਜ਼ ਐਂਡ ਸ਼ਾਈਨ। ਹਾਲੇਲੂਇਆ, ਇਹ ਰਾਈਜ਼ ਐਂਡ ਸ਼ਾਈਨ, ਉੱਠ ਜਾਗ, ਤੇਰਾ ਪ੍ਰਕਾਸ਼ ਆ ਗਿਆ ਹੈ। ਹਾਲੇਲੂਇਆ, ਯਸ਼ਾਇਆ 60 ਉਹਦੀ 1 ਦੇ ਵਿੱਚੋਂ ਮੈਂ ਉਹ ਵਰਸ ਜਿਹੜੀ ਆ ਉਹ ਮੈਂਸ਼ਨ ਕਰ ਦਿੱਤੀ ਸੀ, ਔਰ ਪ੍ਰਭੂ ਨੇ ਮੈਨੂੰ ਬਹੁਤ ਡੀਪ ਸਿਖਾਇਆ ਉਹਦੇ ਵਿੱਚੋਂ। ਹਾਲੇਲੂਇਆ, ਔਰ ਮੈਂ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰ ਰਹੀ ਸੀ 3 ਤੋਂ ਲੈ ਕੇ 5 ਵਜੇ ਤੱਕ, ਮਿਡਨਾਈਟ, ਅੱਧੀ ਰਾਤ। ਹਾਲੇਲੂਇਆ, ਔਰ ਉਹਦੇ ਵਿੱਚ ਜੋ ਗੱਲਾਂ ਪ੍ਰਭੂ ਨੇ ਮੈਨੂੰ ਸਿਖਾਈਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਜਾ ਰਹੀ ਹਾਂ। ਪ੍ਰਭੂ ਉਹਨਾਂ ਵਚਨਾਂ ਦੇ ਵਿੱਚੋਂ ਤੁਹਾਨੂੰ ਸਿਖਾਏ। ਹਾਲੇਲੂਇਆ, ਆਈਏ ਅਸੀਂ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਯਸ਼ਾਇਆ ਉਹਦਾ 60 ਅਧਿਆਏ ਉਹਦੀ 1 ਆਇਤ। ਤੁਹਾਨੂੰ ਮੈਂ ਡੇਲੀ ਕਹਿ ਰਹੀ ਹਾਂ, ਤੁਸੀਂ ਆਪਣੀ ਬਾਈਬਲ ਔਰ ਡਾਇਰੀ ਨਾਲ ਲੈ ਕੇ ਬੈਠਿਆ ਕਰੋ। ਯਸ਼ਾਇਆ 60 ਅਧਿਆਏ ਉਹਦੀ 1 ਆਇਤ ਮੈਂ ਪੜ੍ਹਦੀ ਹਾਂ। ਇਸ ਜਗ੍ਹਾ ਤੇ ਲਿਖਿਆ ਹੋਇਆ ਹੈ, ਉੱਠ। ਜਦੋਂ ਤੁਸੀਂ ਪੜੋਗੇ ਬਾਈਬਲ ਦੇ ਵਿੱਚੋਂ ਕੀ ਲਿਖਿਆ ਹੋਇਆ ਹੈ, ਉੱਠ। ਉੱਠ ਦੇ ਨਾਲ ਕੋਮਾ ਦੇਖੋਗੇ ਤੁਸੀਂ, ਕੋਮਾ ਲੱਗਾ ਹੋਇਆ ਹੈ। ਉੱਠ ਚਮਕ। ਹਾਲੇਲੂਇਆ, ਉੱਠ ਚਮਕ, ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ। ਹਾਲੇਲੂਇਆ, ਜਦੋਂ ਮੈਂ ਇਸ ਵਰਸ ਨੂੰ ਪੜਿਆ, ਜਦੋਂ ਮੈਂ ਪ੍ਰਭੂ ਦੇ ਇਸ ਵਚਨ ਨੂੰ ਪੜਿਆ, ਮੈਂ ਪ੍ਰਾਰਥਨਾ ਕੀਤੀ। ਮੈਂ ਕਿਹਾ ਪਰਮੇਸ਼ਵਰ, ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ ਆਪਣੇ ਬੇਟੇ ਬੇਟੀਆਂ ਨਾਲ, ਜਾਂ ਮੈਨੂੰ ਕੀ ਸਿਖਾ ਰਹੇ ਹੋ ਤੁਸੀਂ ਇਸ ਵਚਨ ਦੇ ਦੁਆਰਾ। ਹਾਲੇਲੂਇਆ, ਜਦੋਂ ਮੈਂ ਪਹਿਲਾ ਸ਼ਬਦ ਹੀ ਪੜਿਆ, ਉੱਠ, ਔਰ ਇਸ ਉੱਠ ਦੇ ਉੱਪਰ ਹੀ ਪ੍ਰਭੂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਆਮੇਨ, ਹਾਲੇਲੂਇਆ। ਜਦੋਂ ਅਸੀਂ ਵਚਨ ਪੜ੍ਹਦੇ ਹਾਂ, ਉੱਠਣਾ, ਜਦੋਂ ਸ਼ਬਦ ਪੜ੍ਹਦੇ ਹਾਂ, ਉੱਠਣਾ, ਉੱਠਣਾ ਮੀਨਸ ਨੀਂਦ ਤੋਂ ਜਾਗਣਾ ਨਹੀਂ। ਆਮੇਨ, ਨੀਂਦ ਤੋਂ ਜਾਗਣ ਵਾਲਾ ਉੱਠ ਨਹੀਂ ਕਿਹਾ ਗਿਆ ਇਸ ਜਗ੍ਹਾ ਤੇ। ਨੀਂਦ ਤੋਂ ਜਾਗਣਾ, ਜਾਗਣ ਸ਼ਬਦ ਦੇ ਵਿੱਚ ਔਰ ਉੱਠਣ ਦੇ ਵਿੱਚ ਬਹੁਤ ਫਰਕ ਹੈ। ਇੰਗਲਿਸ਼ ਦੇ ਵਿੱਚ ਲਿਖਿਆ ਆ ਰਾਈਜ਼, ਰਾਈਜ਼, ਰਾਈਜ਼ ਮੀਨ ਉੱਠਣਾ। ਔਰ ਜਦੋਂ ਜਾਗਣ ਬਾਰੇ ਤੁਸੀਂ ਹੋ ਸਕਦਾ ਚੰਗੀ ਤਰ੍ਹਾਂ ਨਾ ਸਮਝ ਪਾਓ, ਪਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਜਗ੍ਹਾ ਤੇ ਲਿਖਿਆ ਆ ਉੱਠ ਤੇ ਚਮਕ, ਤੇਰਾ ਪ੍ਰਕਾਸ਼ ਜੋ ਆ ਗਿਆ ਹੈ। ਆਮੇਨ। ਔਰ ਮੈਂ ਤੁਹਾਨੂੰ ਦੱਸ ਰਹੀ ਹਾਂ, ਉੱਠਣ ਦਾ ਮਤਲਬ ਇਹ ਨਹੀਂ ਅਸੀਂ ਨੀਂਦ ਦੇ ਵਿੱਚੋਂ ਉੱਠਣਾ ਹੈ ਔਰ ਨੀਂਦ ਦੇ ਵਿੱਚੋਂ ਜਾਗਣਾ ਹੈ। ਹਾਲੇਲੂਇਆ, ਜਦੋਂ ਅਸੀਂ ਨੀਂਦ ਦੇ ਵਿੱਚੋਂ ਉੱਠਦੇ ਹਾਂ, ਜਾਗਦੇ ਹਾਂ, ਉਹਦਾ ਇੰਗਲਿਸ਼ ਦਾ ਜਿਹੜਾ ਵਰਡ ਆ ਉਹ ਹੋਰ ਆ, ਅਵੇਕਨ। ਇੰਗਲਿਸ਼ ਦਾ ਜਿਹੜਾ ਸ਼ਬਦ ਆ ਉਹ ਅਵੇਕਨ ਆ, ਪੰਜਾਬੀ 'ਚ ਅਸੀਂ ਜਾਗਣਾ ਕਵਾਂਗੇ। ਹਾਲੇਲੂਇਆ, ਪਰ ਜਿਹੜਾ ਉੱਠ ਆ, ਇਹ ਸ਼ਬਦ ਦਾ ਬਹੁਤ ਗਹਿਰਾ ਮੀਨਿੰਗ ਹੈ। ਇਸ ਕਰਕੇ ਪਰਮੇਸ਼ਵਰ ਆਪਣੇ ਲੋਕਾਂ ਨੂੰ, ਤੁਹਾਨੂੰ ਔਰ ਮੈਨੂੰ ਅੱਜ ਕਹਿ ਰਿਹਾ ਹੈ, ਹਾਲੇਲੂਇਆ, ਉੱਠ। ਉੱਠਣ ਦਾ ਮਤਲਬ ਤੁਹਾਨੂੰ ਮੈਂ ਦੱਸਣ ਦੇ ਲਈ ਜਾ ਰਿਹਾ। ਉੱਠਣਾ ਮੀਨਸ ਹਿੰਮਤ ਕਰਨੀ। ਹਾਲੇਲੂਇਆ, ਬਲ ਦੇ ਨਾਲ ਹਿੰਮਤ ਕਰਨੀ। ਹਾਲੇਲੂਇਆ, ਮੰਨ ਲਓ ਅਸੀਂ ਨੀਂਦ ਤੋਂ ਜਾਗ ਗਏ ਆ, ਪਰ ਹਜੇ ਵੀ ਆਪਣੇ ਬੈੱਡ ਤੇ ਆ। ਅਸੀਂ ਜਾਗ ਤੇ ਰਹੇ ਆ ਪਰ ਉੱਠ ਨਹੀਂ ਰਹੇ। ਸਮਝ ਰਹੇ ਹੋ? ਅਸੀਂ ਨੀਂਦ ਤੋਂ ਜਾਗ ਗਏ ਹਾਂ ਪਰ ਸਟਿਲ ਆਪਣੇ ਬੈੱਡ ਤੇ ਹੀ ਆ। ਆਮੇਨ। ਜਾਗ ਗਏ ਆ ਨੀਂਦ ਵਿੱਚੋਂ, ਪਰ ਹਜੇ ਵੀ ਆਪਣੇ ਬੈੱਡ ਦੇ ਉੱਪਰ ਹੀ ਹਾਂ। ਅਸੀਂ ਉੱਠੇ ਨਹੀਂ, ਹਿੰਮਤ ਨਹੀਂ ਕੀਤੀ ਰਜਾਈ ਚੋਂ ਬਾਹਰ ਆ ਜਾਈਏ, ਹਿੰਮਤ ਨਹੀਂ ਕੀਤੀ ਕਿ ਉੱਠ ਜਾਈਏ। ਹਾਲੇਲੂਇਆ, ਸਮਝ ਆ ਰਹੀ ਹੈ ਤੁਹਾਨੂੰ? ਉੱਠਣ ਔਰ ਜਾਗਣ ਦੇ ਵਿੱਚ ਫਰਕ ਪਤਾ ਲੱਗ ਰਿਹਾ ਹੈ? ਹਾਲੇਲੂਇਆ। ਔਰ ਉੱਠਣ ਦਾ ਮਤਲਬ ਤੁਹਾਨੂੰ ਮੈਂ ਦੱਸ ਰਹੀ ਹਾਂ, ਹਿੰਮਤ ਕਰਨੀ, ਸੁਸਤ ਨਾ ਹੋਣਾ। ਹਾਲੇਲੂਇਆ। ਇਹਦਾ ਉਲਟਾ ਜਦੋਂ ਅਸੀਂ ਸਿੱਖਾਂਗੇ, ਉੱਠਣਾ ਲਿਖਿਆ, ਉੱਠ ਚਮਕ, ਤੇਰਾ ਚਾਨਣ ਜੋ ਆ ਗਿਆ ਹੈ। ਉੱਠ ਮੀਨਸ ਹਿੰਮਤ ਕਰਨੀ। ਹਾਲੇਲੂਇਆ, ਹਿੰਮਤ ਕਰਨੀ। ਔਰ ਇਹਦਾ ਉਲਟਾ ਕੀ ਹੈ? ਲੇਜ਼ੀ ਹੋਣਾ, ਸੁਸਤ ਹੋਣਾ। ਹਾਲੇਲੂਇਆ, ਆਮੇਨ। ਤੁਹਾਨੂੰ ਮੈਂ ਦੱਸ ਰਹੀ ਹਾਂ, ਉੱਠਣ ਦਾ ਮਤਲਬ ਹਿੰਮਤ ਕਰਨੀ, ਚੁਸਤ ਹੋਣਾ, ਚੁਸਤੀ ਫੁਰਤੀ ਦਿਖਾਉਣੀ। ਹਾਲੇਲੂਇਆ। ਔਰ ਇਹਦਾ ਉਲਟਾ ਹੋਏਗਾ, ਨਾ ਉੱਠਣਾ ਔਰ ਸੁਸਤ ਰਹਿਣਾ, ਹਿੰਮਤ ਨਾ ਕਰਨੀ। ਹਾਲੇਲੂਇਆ। ਉੱਠਣ ਦਾ ਮਤਲਬ ਹਿੰਮਤ ਕਰਨੀ, ਯੈਸ।
ਉਹ ਮੈਂ ਤੁਹਾਨੂੰ ਦੱਸ ਰਹੀ ਹਾਂ। ਉੱਠਣ ਦਾ ਮਤਲਬ ਜਾਗਣਾ ਨਹੀਂ ਹੈ। ਉੱਠਣ ਦਾ ਮਤਲਬ ਉੱਠਣਾ, ਹਿੰਮਤ ਕਰਨੀ ਔਰ ਕੁਝ ਕਰਕੇ ਦਿਖਾਉਣਾ। ਹਾਲੇਲੂਇਆ। ਤੇ ਜਾਗਣ ਦਾ ਮਤਲਬ ਸਿਰਫ ਨੀਂਦ ਤੋਂ ਜਾਗ ਕੇ ਆਪਣੇ ਬੈੱਡ ਦੇ ਅੰਦਰ ਹੀ ਹੈ, ਜਾਗ ਰਹੇ ਆ ਪਰ ਉੱਠੇ ਨਹੀਂ ਆ ਹਜੇ ਤੱਕ। ਹਾਲੇਲੂਇਆ। ਕਈ ਵਾਰੀ ਹੁੰਦਾ ਹੋਏਗਾ ਤੁਹਾਡੇ ਨਾਲ, ਤੁਸੀਂ ਜਾਗ ਗਏ ਹੋਵੋਗੇ ਪਰ ਹਜੇ ਵੀ ਆਪਣੇ ਬੈੱਡ ਤੇ ਹੋਵੋਗੇ। ਆਮੇਨ। ਹਾਲੇਲੂਇਆ। ਪਰ ਜਦੋਂ ਅਸੀਂ ਉੱਠਣਾ ਆ, ਕੁਝ ਕਰਨਾ ਆ, ਉਹਦੇ ਵਾਸਤੇ ਸਾਨੂੰ ਹਿੰਮਤ ਕਰਨੀ ਪੈਂਦੀ ਹੈ ਕੁਝ ਕਰਨ ਦੇ ਲਈ। ਇੱਕ ਬਲ ਦਿਖਾਉਣਾ ਪੈਂਦਾ ਹੈ। ਹਾਲੇਲੂਇਆ। ਔਰ ਜਦੋਂ ਅਸੀਂ ਇਹਦਾ ਉਲਟਾ ਕਰਾਂਗੇ, ਇਹਦਾ ਆਪੋਜ਼ਿਟ ਪੜਾਂਗੇ, ਲੇਜ਼ੀ। ਹਾਲੇਲੂਇਆ। ਇਹਦਾ ਉਲਟਾ ਕੀ ਆਏਗਾ? ਲੇਜ਼ੀਨੈਸ। ਜੇ ਅਸੀਂ ਨਹੀਂ ਉੱਠ ਰਹੇ, ਇਟ ਮੀਨਸ ਵੀ ਆਰ ਲੇਜ਼ੀ, ਅਸੀਂ ਸੁਸਤ ਹਾਂ। ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜੋ, ਕਹੌਤਾਂ ਦੀ ਕਿਤਾਬ 19 ਅਧਿਆਏ ਉਹਦੀ 15 ਆਇਤ। ਕਹੌਤਾਂ ਦੀ ਕਿਤਾਬ 19 ਅਧਿਆਏ ਉਹਦੀ 15 ਆਇਤ। ਇਸ ਜਗ੍ਹਾ ਤੇ ਲਿਖਿਆ ਹੋਇਆ ਹੈ, ਆਲਸ ਭੂਖ ਨੀਂਦ ਵਿੱਚ ਪਾ ਦਿੰਦੀ ਹੈ ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ। ਹਾਲੇਲੂਇਆ। ਆਲਸ ਜਿਹੜਾ ਆ ਉਹ ਭੂਖ ਨੀਂਦ ਵਿੱਚ ਪਾ ਦਿੰਦਾ ਹੈ ਤੇ ਸੁਸਤ। ਹਾਲੇਲੂਇਆ। ਜੇ ਅਸੀਂ ਉੱਠੇ ਨਹੀਂ ਆ, ਇਟ ਮੀਨਸ ਅਸੀਂ ਸੁਸਤ ਆ। ਸੁਸਤੀ ਨੇ ਸਾਨੂੰ ਘੇਰਾ ਪਾਇਆ ਹੋਇਆ ਹੈ ਤੇ ਲਿਖਿਆ ਸੁਸਤ ਜਿਹੜਾ ਪ੍ਰਾਣੀ ਹੈ ਭੁੱਖਾ ਰਹਿੰਦਾ ਹੈ। ਆਮੇਨ। ਹਾਲੇਲੂਇਆ। ਸੁਸਤ ਪ੍ਰਾਣੀ ਕੀ ਰਹਿੰਦਾ ਹੈ? ਭੁੱਖਾ ਰਹਿੰਦਾ ਹੈ। ਮੰਨ ਲਓ ਉੱਠ ਕੇ ਹਜੇ ਵੀ ਬਿਸਤਰੇ ਦੇ ਵਿੱਚ ਹੀ ਆ, ਹਿੰਮਤ ਨਹੀਂ ਕੀਤੀ ਉੱਠ ਕੇ ਤੇ ਕੋਈ ਕੰਮ ਕਰਕੇ ਖਾਣਾ ਬਣਾ ਕੇ ਖਾ ਲਈਏ, ਤੇ ਜਿੰਨੀ ਦੇਰ ਤੱਕ ਬਣਾਵਾਂਗੇ ਨਹੀਂ, ਹਿੰਮਤ ਨਹੀਂ ਕਰਾਂਗੇ ਬਣਾਉਣ ਦੀ, ਉਨੀ ਦੇਰ ਤੱਕ ਭੁੱਖੇ ਰਵਾਂਗੇ। ਹਾਲੇਲੂਇਆ। ਜੇ ਨੌਕਰੀ ਕਰਨ ਨਹੀਂ ਜਾਵਾਂਗੇ, ਕੰਮ ਤੇ ਨਹੀਂ ਜਾਵਾਂਗੇ, ਕੀ ਰਵਾਂਗੇ? ਭੁੱਖੇ ਰਵਾਂਗੇ। ਜੇ ਸਕੂਲ ਨਹੀਂ ਜਾਵਾਂਗੇ, ਕਾਲਜ ਨਹੀਂ ਜਾਵਾਂਗੇ। ਹਾਲੇਲੂਇਆ। ਸਮਝ ਰਹੇ ਹੋ ਤੁਸੀਂ ਪ੍ਰਭੂ ਦੇ ਵਚਨ ਨੂੰ? ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ। ਹਾਲੇਲੂਇਆ। ਪਰਮੇਸ਼ਵਰ ਨੂੰ ਸੁਸਤ ਲੋਕ ਪਸੰਦ ਨਹੀਂ ਹੈ। ਹਾਲੇਲੂਇਆ। ਜਦੋਂ ਪਰਮੇਸ਼ਵਰ ਨੇ ਆਦਮੀ ਨੂੰ ਬਣਾਇਆ, ਉਤਪਤੀ ਉਹਦੇ 2 ਅਧਿਆਏ ਦੇ ਵਿੱਚ ਜਦੋਂ ਤੁਸੀਂ ਆਦਮੀ ਦੀ ਕ੍ਰੀਏਸ਼ਨ ਨੂੰ ਵੇਖੋਗੇ, ਜਦੋਂ ਫਸਟ ਐਡਮ, ਪਹਿਲਾ ਆਦਮੀ ਰਚਿਆ ਗਿਆ। ਹਾਲੇਲੂਇਆ। ਜਦੋਂ ਪਰਮੇਸ਼ਵਰ ਨੇ ਪਹਿਲੇ ਆਦਮੀ ਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ, ਬਾਈਬਲ ਦੇ ਵਿੱਚ ਲਿਖਿਆ, ਉਹਨੇ ਮਿੱਟੀ ਲੈ ਕੇ ਉਹਨੂੰ ਸਾਜਿਆ ਔਰ ਉਹਦੇ ਅੰਦਰ ਪਰਮੇਸ਼ਵਰ ਨੇ ਜੀਵਨ ਦਾ ਸਾਹ ਫੂਕਿਆ ਔਰ ਜਿਹੜਾ ਮਿੱਟੀ ਦਾ ਪੁਤਲਾ ਸੀ ਉਹ ਜਿਉਂਦੀ ਜਾਨ ਹੋ ਗਿਆ। ਹਾਲੇਲੂਇਆ। ਔਰ ਉਸ ਤੋਂ ਪਹਿਲੇ ਪਰਮੇਸ਼ਵਰ ਨੇ ਸਾਰੀ ਕ੍ਰੀਏਸ਼ਨ ਬਣਾਈ। ਆਮੇਨ। ਤੁਸੀਂ ਜਦੋਂ ਪੜੋਗੇ 2 ਅਧਿਆਏ ਉਹਦੀ 4 ਤੋਂ ਲੈ ਕੇ 8 ਆਇਤ ਤੱਕ ਪੜੋਗੇ, ਉਸ ਜਗ੍ਹਾ ਤੇ ਤੁਹਾਨੂੰ ਸਮਝ ਆਏਗਾ। ਮੈਂ ਤੁਹਾਨੂੰ 1-2 ਵਚਨ ਜਿਹੜੇ ਆ ਉਹ ਪੜ੍ਹ ਕੇ ਸੁਣਾ ਰਹੀ ਇਸ ਜਗ੍ਹਾ ਤੇ। ਜਦੋਂ ਪਰਮੇਸ਼ਵਰ ਨੇ ਪੂਰੀ ਆਕਾਸ਼ ਧਰਤੀ ਨੂੰ ਬਣਾ ਲਿੱਤਾ, ਲਿਖਿਆ 4 ਆਇਤ ਦੇ ਵਿੱਚ, ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਹਾਲੇਲੂਇਆ। ਆਕਾਸ਼ ਅਤੇ ਧਰਤੀ ਨੂੰ ਬਣਾਇਆ ਤੇ ਖੇਤ ਦਾ ਕੋਈ ਵੀ ਬੂਟਾ ਅਜੇ ਧਰਤੀ ਉੱਤੇ ਨਹੀਂ ਸੀ। ਹਜੇ ਤੱਕ ਕੋਈ ਵੀ ਚੀਜ਼ ਧਰਤੀ ਤੇ ਉੱਗੀ ਨਹੀਂ ਸੀ, ਕੋਈ ਬੂਟਾ ਨਹੀਂ ਸੀ ਉੱਗਿਆ। ਕਿਉਂ ਨਹੀਂ ਸੀ ਉੱਗਿਆ? ਲਿਖਿਆ ਆ ਕਿਉਂਕਿ ਉਹਦੇ ਉੱਤੇ, ਧਰਤੀ ਦੇ ਉੱਤੇ ਮੀਂਹ ਨਹੀਂ ਸੀ ਪਿਆ ਔਰ ਨਾ ਜ਼ਮੀਨ ਦੇ ਵਾਹੁਣ ਲਈ ਕੋਈ ਆਦਮੀ ਸੀ। ਅੱਜ ਤੁਹਾਡੇ ਕੋਲ ਖੇਤ ਹੋ ਸਕਦੇ, ਆਪਣੀ ਜ਼ਮੀਨ ਹੋ ਸਕਦੀ ਹੈ, ਤੁਸੀਂ ਆਪਣੀ ਜ਼ਮੀਨ ਨੂੰ ਵਾਹੁੰਦੇ ਹੋ, ਉਹਨੂੰ ਤਿਆਰ ਕਰਦੇ ਹੋ, ਬੀਜ ਪਾਉਂਦੇ ਹੋ, ਬੀਜ ਉੱਗਦਾ ਹੈ। ਹਾਲੇਲੂਇਆ। ਇਸ ਜਗ੍ਹਾ ਤੇ ਲਿਖਿਆ ਕਿ ਉਸ ਸਮੇਂ ਧਰਤੀ ਉੱਤੇ ਕੋਈ ਵੀ ਹਜੇ ਪੌਦਾ ਨਹੀਂ ਸੀ ਉੱਗਿਆ ਕਿਉਂਕਿ ਉਹਨੂੰ ਵਾਹੁਣ ਦੇ ਲਈ ਕੋਈ ਆਦਮੀ ਨਹੀਂ ਸੀ। ਫਿਰ ਪਰਮੇਸ਼ਵਰ ਨੇ ਜਦੋਂ ਆਦਮੀ ਨੂੰ ਬਣਾਇਆ ਔਰ ਆਦਮੀ ਨੂੰ ਕਿਹਾ ਕਿ ਤੂੰ ਇਸ ਬਾਗ ਦੀ ਟੇਕ ਕੇਅਰ ਕਰ। ਹਾਲੇਲੂਇਆ। ਸਾਂਭ ਸੰਭਾਲ ਕਰ। ਪਰਮੇਸ਼ਵਰ ਨੇ ਆਦਮੀ ਨੂੰ ਕਿਹਾ। ਪ੍ਰਭੂ ਨੇ ਆਦਮੀ ਨੂੰ ਇਹ ਨਹੀਂ ਕਿਹਾ, ਆਦਮ ਨੂੰ ਇਹ ਨਹੀਂ ਕਿਹਾ ਕਿ ਤੂੰ ਵਿਹਲਾ ਰਹਿ ਸਾਰਾ ਦਿਨ ਔਰ ਫਲ ਆਪਣੇ ਆਪ ਉੱਗ ਜਾਣਗੇ, ਸਭ ਕੁਝ ਆਪਣੇ ਆਪ ਹੋ ਜਾਏਗਾ। ਪਰ ਪਰਮੇਸ਼ਵਰ ਨੇ ਕਿਹਾ ਕਿ ਤੂੰ ਇਹਦੀ ਰਖਵਾਲੀ ਕਰ, ਇਹਦੀ ਟੇਕ ਕੇਅਰ ਕਰ। ਅੱਜ ਤੁਸੀਂ ਵੀ ਆਪਣੇ ਖੇਤ ਦੀ ਰਖਵਾਲੀ ਕਰਦੇ ਹੋ, ਆਪਣੀ ਜ਼ਮੀਨ ਦੀ ਰਖਵਾਲੀ ਕਰਦੇ ਹੋ, ਬੀਜ ਪਾਉਂਦੇ ਹੋ, ਖਾਦ ਪਾਉਂਦੇ ਹੋ, ਸਮੇਂ ਸਿਰ ਉਹਨੂੰ ਪਾਣੀ ਦਿੰਦੇ ਹੋ। ਹਾਲੇਲੂਇਆ। ਉਹਦੀ ਰਖਵਾਲੀ ਕਰ ਰਹੇ ਹੋ, ਰਾਈਟ। ਸੋ ਪਰਮੇਸ਼ਵਰ ਨੇ ਜਦੋਂ ਆਦਮ ਨੂੰ ਬਣਾਇਆ ਸੀ, ਪਰਮੇਸ਼ਵਰ ਨੇ ਉਹਨੂੰ ਕਿਹਾ ਸੀ ਕੰਮ ਕਰ। ਆਮੇਨ।
ਹਾਲੇਲੂਇਆ। ਔਰ ਕੋਈ ਵੀ ਇਸ ਜਗ੍ਹਾ ਤੇ ਮੈਂ ਤੁਹਾਨੂੰ ਦੱਸ ਰਹੀ ਆ, ਜਿਹੜਾ ਲੇਜ਼ੀ ਪਰਸਨ ਆ, ਜਿਹੜਾ ਸੁਸਤ ਆ, ਉਹ ਕਦੇ ਵੀ ਪ੍ਰੋਸਪਰ ਨਹੀਂ ਹੋ ਸਕਦਾ, ਅੱਗੇ ਨਹੀਂ ਵੱਧ ਸਕਦਾ। ਹਾਲੇਲੂਇਆ। ਆਲਸੀ ਜਿਹੜਾ ਆ, ਕੀ ਲਿਖਿਆ, ਉਹ ਭੁੱਖਾ ਰਹੇਗਾ। ਆਮੇਨ। ਆਲਸੀ ਕੀ ਰਹੇਗਾ? ਭੁੱਖਾ ਰਹੇਗਾ। ਅਸੀਂ ਕਹੌਤਾਂ ਦੀ ਕਿਤਾਬ ਉਹਦਾ 19 ਉਹਦੇ 15 ਦੇ ਵਿੱਚ ਪੜਿਆ ਹੈ। ਆਮੇਨ। ਔਰ ਆਲਸੀ ਕਹੌਤਾਂ ਦੀ ਕਿਤਾਬ ਦੇ ਵਿੱਚ ਤੁਸੀਂ ਬਹੁਤ ਵਾਰੀ ਇਹ ਸ਼ਬਦ ਨੂੰ ਪੜੋਗੇ। ਕਹੌਤਾਂ 6:6 ਦੇ ਵਿੱਚ ਕੀ ਲਿਖਿਆ ਹੋਇਆ ਹੈ? ਆਮੇਨ। ਕਹੌਤਾਂ 6 ਅਧਿਆਇ ਉਹਦੀ 6 ਦੇ ਵਿੱਚ ਆਲਸੀ ਦੇ ਬਾਰੇ ਕੀ ਲਿਖਿਆ? ਜਿਹੜਾ ਹਿੰਮਤ ਨਹੀਂ ਕਰ ਰਿਹਾ, ਜਿਹੜਾ ਨਹੀਂ ਉੱਠ ਰਿਹਾ। ਇਸ ਜਗ੍ਹਾ ਤੇ ਲਿਖਿਆ, ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ। ਆਮੇਨ। ਪਰਮੇਸ਼ਰ ਆਲਸੀ ਨੂੰ ਕਹਿ ਰਿਹਾ, ਹੇ ਆਲਸੀ, ਉੱਠ, ਕੀੜੀ ਕੋਲ ਜਾ ਤੇ ਉਹਦੇ ਰਾਹਾਂ ਨੂੰ ਵੇਖ ਤੇ ਬੁੱਧਵਾਨ ਬਣ, ਤੈਨੂੰ ਬੁੱਧ ਆਵੇ। ਕੀੜੀ ਕੋਲ ਕਿਉਂ ਜਾ? ਕਿਉਂਕਿ ਕੀੜੀ ਜਿਹੜੀ ਏ ਉਹ ਦਿਨ ਰਾਤ ਆਪਣਾ ਕੰਮ ਕਰ ਰਹੀ ਹੈ, ਆਪਣਾ ਆਹਾਰ, ਆਪਣਾ ਭੋਜਨ ਜੋੜ ਰਹੀ ਹੈ। ਆਮੇਨ। ਗਰਮੀਆਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ, ਛੋਟੀਆਂ ਛੋਟੀਆਂ ਕੀੜੀਆਂ ਹੁੰਦੀਆਂ ਔਰ ਕਿੰਨੇ ਕਿੰਨੇ ਵੱਡੇ, ਆਪਣੇ ਤੋਂ ਵੀ ਵੱਡੇ ਉਹ ਪੀਸ ਚੁੱਕ ਕੇ ਲੈ ਕੇ ਜਾ ਰਹੀਆਂ ਨੇ, ਜਿੱਥੇ ਉਹਨਾਂ ਨੇ ਆਪਣੀ ਉਹ ਬਣਾਈਆਂ ਨੇ, ਕੁੰਡਾ ਬਣਾਈਆਂ ਹੋਈਆਂ ਨੇ, ਜਿਸ ਜਗ੍ਹਾ ਤੇ ਉਹਨਾਂ ਨੇ ਅਗਲੇ 6 ਮਹੀਨੇ ਸਟੇ ਕਰਨੀ ਹੈ। ਹਾਲੇਲੂਇਆ। ਠੰਡ ਵਿੱਚ ਬਹੁਤ ਘੱਟ ਕੀੜੀਆਂ ਹੁੰਦੀਆਂ, ਪਰ ਗਰਮੀ ਦੇ ਵਿੱਚ ਬਹੁਤ ਸਾਰੀਆਂ ਕੀੜੀਆਂ ਹੁੰਦੀਆਂ ਨੇ। ਹਾਲੇਲੂਇਆ। ਪਰਮੇਸ਼ਰ ਕਹਿ ਰਿਹਾ ਕਿ ਹੇ ਆਲਸੀ, ਜੇ ਤੇਰੇ ਤੋਂ ਨਹੀਂ ਉੱਠਿਆ ਜਾ ਰਿਹਾ, ਇੱਕ ਵਾਰੀ ਜਾ ਕੇ ਉਹਨਾਂ ਕੀੜੀਆਂ ਵੱਲ ਦੇਖ ਜੋ ਦਿਨ ਰਾਤ ਕੰਮ ਕਰ ਰਹੀਆਂ ਨੇ। ਆਮੇਨ। ਹਾਲੇਲੂਇਆ। ਦਿਨ ਰਾਤ ਤੁਸੀਂ ਵੇਖਿਆ ਹੋਏਗਾ, ਲਾਈਨ ਬਣਾਈ ਹੁੰਦੀ ਉਹਨਾਂ ਨੇ, ਕੀੜੀਆਂ ਨੇ, ਉਹ ਆਈ ਜਾ ਰਹੀਆਂ, ਜਾਈ ਜਾ ਰਹੀਆਂ, ਆਈ ਜਾ ਰਹੀਆਂ ਨੇ, ਜਾਈ ਜਾ ਰਹੀਆਂ ਨੇ, ਉਹ ਬੰਦ ਨਹੀਂ ਹੁੰਦੀਆਂ, ਲਗਾਤਾਰ ਆਪਣਾ ਭੋਜਨ ਜੋੜ ਰਹੀਆਂ ਨੇ, ਜਮਾ ਕਰ ਰਹੀਆਂ ਨੇ। ਆਮੇਨ। ਔਰ ਪਰਮੇਸ਼ਰ ਕਹਿ ਰਿਹਾ, ਹੇ ਆਲਸੀ, ਕੀੜੀ ਕੋਲ ਜਾ ਤੇ ਸਿੱਖ। ਔਰ ਜਦੋਂ ਮੈਂ ਇਹ ਵਚਨਾਂ ਨੂੰ ਲਿਖ ਰਹੀ ਸੀ ਰਾਤੀ 3-3:30 ਵਜੇ ਦੇ ਵਿੱਚ, 4 ਵਜੇ, ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ, ਜਦੋਂ ਮੈਂ ਇਹ ਲਾਈਨ ਲਿਖ ਰਹੀ ਸੀ ਨਾ, ਹੇ ਆਲਸੀ, ਕੀੜੀ ਕੋਲ ਜਾ ਤੇ ਉਹਦੇ ਕੋਲ ਸਿੱਖ, ਜਦੋਂ ਮੈਂ ਆਪਣੀ ਕਾਪੀ ਤੇ ਲਿਖ ਰਹੀ ਸੀ, ਪਤਾ ਨਹੀਂ ਕਿੱਧਰੋਂ ਕੀੜੀ ਆਈ ਮੇਰੀ ਕਾਪੀ ਦੇ ਉੱਤੇ। ਮੈਂ ਹੈਰਾਨ ਰਹਿ ਗਈ। ਮੈਂ ਕਿਹਾ, ਪ੍ਰਭੂ ਤੁਸੀਂ ਤਾਂ ਕਿਹਾ ਹੈ, ਹੇ ਆਲਸੀ, ਕੀੜੀ ਕੋਲ ਜਾ ਔਰ ਸਿੱਖ, ਤੇ ਕੀੜੀ ਆਪਣੇ ਆਪ ਹੀ ਆ ਗਈ। ਮੈਂ ਸ਼ੌਕਡ ਹੋ ਗਈ ਉਸ ਜਗ੍ਹਾ ਤੇ। ਰਾਤ ਨੂੰ ਕੀੜੀ ਮੇਰੀ ਕਾਪੀ ਦੇ ਉੱਪਰ, ਨੋਟ ਦੇ ਉੱਪਰ ਕਿੱਥੋਂ ਆ ਗਈ? ਔਰ ਮੈਂ ਫਿਰ ਉਹਦੀ ਵੀਡੀਓ ਬਣਾਈ, ਉਹਦੀ ਫੋਟੋਜ਼ ਖਿੱਚ ਕੇ ਰੱਖੀਆਂ ਆਪਣੇ ਕੋਲ। ਆਮੇਨ। ਹੁਣ ਮੈਂ ਸੋਚ ਰਹੀ ਸੀ, ਮੈਂ ਕਿਹਾ, ਪ੍ਰਭੂ ਹੁਣ ਮੈਨੂੰ ਦੱਸੋ, ਮੈਂ ਬਹੁਤ ਆਲਸੀ ਆ ਜਾਂ ਫਿਰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਹਾਲੇਲੂਇਆ। ਸੱਚਮੁੱਚ ਮੈਂ, ਯਕੀਨ ਕਰੋ, ਮੈਂ ਦੇਖਿਆ ਮੇਰੀ ਕਾਪੀ ਦੇ ਉੱਤੇ ਪਤਾ ਨਹੀਂ ਕਿੱਥੋਂ ਕੀੜੀ ਆ ਗਈ। ਔਰ ਮੈਂ ਕਿਹਾ, ਪ੍ਰਭੂ ਤੁਸੀਂ ਤੇ ਕਿਹਾ ਕੀੜੀ ਕੋਲ ਜਾ, ਪਰ ਕੀੜੀ ਆਪਣੇ ਆਪ ਹੀ ਆ ਗਈ ਹੈ। ਇਟ ਮੀਨਸ ਇਹ ਵਚਨ ਜਿਹੜਾ ਆ ਤੁਸੀਂ ਦਿੱਤਾ ਆ ਮੈਨੂੰ, ਇਹ ਕਨਫਰਮ ਆ। ਹਾਲੇਲੂਇਆ। ਮੈਂ ਕਿਹਾ, ਪ੍ਰਭੂ ਇਹ ਕੀੜੀ ਦਾ ਆਉਣਾ ਮੇਰੇ ਲਈ ਕਨਫਰਮੇਸ਼ਨ ਹੈ, ਮੇਰੇ ਲਈ ਪੱਕਾ ਸਬੂਤ ਆ ਕਿ ਇਹ ਵਚਨ ਤੁਹਾਡੇ ਲੋਕਾਂ ਨੂੰ ਚਾਹੀਦਾ ਹੈ, ਤੁਹਾਡੇ ਬੇਟੇ ਬੇਟੀਆਂ ਨੂੰ ਇਹ ਵਚਨ ਚਾਹੀਦਾ है। आमेन। हिंदी से भी थोड़ा बोल दिया करो। ओके ग्लोरिया, नेक्स्ट टाइम मैं हिंदी में बोला करूंगी, बट मेरी कॉन्ग्रीगेशन बहुत ज़्यादा जो है वो पंजाबी में है, थोड़ा सा पंजाबी समझ लो। हालेलुया। और लिखिया कि हे आलसी तू कीड़ी कोल जा और ਉਹਦੇ ਕੋਲ ਸਿੱਖ। आमेन। किस तरह वो अपने भोजन ਨੂੰ जोड़ती है, किस तरह वो दिन रात मेहनत कर रही है। हालेलुया। आमेन। और ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਪੜ੍ਹ ਰਹੀ ਸੀ, ਕਹੌਤਾਂ ਉਹਦਾ 10 ਅਧਿਆਇ ਉਹਦੀ 4 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਪ੍ਰਭੂ ਦੇ ਵਚਨ ਵਿੱਚ ਤੁਸੀਂ ਜਲਦੀ ਦੇ ਨਾਲ ਨੋਟ ਕਰਦੇ ਜਾਓ। 10 ਆਇਤ ਉਹਦੀ 4 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਢਿੱਲਾ ਹੱਥ ਕੰਗਾਲ ਕਰਦਾ ਹੈ ਪਰ ਉਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ। ਆਮੇਨ। ਜਿਹੜਾ ਸੁਸਤ ਆ, ਜਿਹੜਾ ਉੱਠਿਆ ਨਹੀਂ ਹਜੇ ਤੱਕ,
जो सुस्त है वो गरीब हो जाएगा। आमीन। पर लिखा है उद्यमी दा हथ धनी बना देता है। उद्यम करना मीन्स एक जज्बा रखना, एक हिम्मत रखनी कि मैं कुछ करांगा। हालेलुया। हिम्मत रखनी, लिखा कि वो धनी बना देगा। हालेलुया। प्रभु दे वचन बहुत गहरे ने। आमीन। किस तरह परमेश्वर कह रहे यशाया 60:1 ਦੇ ਵਿੱਚ ਉੱਠ चमक तेरा प्रकाश जो आ गया है। पर जे नहीं उठ रहे इट मीन्स वी आर लेजी, ਅਸੀਂ ਸੁਸਤ ਹਾਂ। ਹਾਲੇਲੂਇਆ। ਔਰ ਅੱਗੇ ਜਦੋਂ ਮੈਂ ਇਹਨਾਂ ਵਚਨਾਂ ਨੂੰ ਪੜ੍ਹ ਰਹੀ ਸੀ 6:6 ਦੇ ਵਿੱਚ ਜਦੋਂ ਪਰਮੇਸ਼ਰ ਦੱਸ ਰਿਹਾ ਕਿ ਕੀੜੀਆਂ ਦੇ ਕੋਲ ਜਾ ਤੇ ਉਹਨਾਂ ਤੋਂ ਸਿੱਖ ਕਿਸ ਤਰ੍ਹਾਂ ਉਹ ਆਪਣਾ ਭੋਜਨ ਜਿਹੜਾ ਹੈ ਉਹ ਜੋੜਦੀਆਂ ਹੈ, ਕੰਮ ਕਰ ਰਹੀਆਂ ਨੇ। ਆਮੀਨ। ਔਰ ਮੱਤੀ ਉਹਦੇ 25 ਅਧਿਆਏ ਉਹਦੀ 24 ਔਰ 26 ਦੇ ਵਿੱਚ ਲਿਖਿਆ ਹੈ ਇੱਕ ਚੰਗੇ ਔਰ ਮਾਤਬਰ ਔਰ ਦੂਸਰੇ ਨੌਕਰਾਂ ਬਾਰੇ ਉਸ ਜਗ੍ਹਾ ਤੇ ਲਿਖਿਆ ਕਿ ਇੱਕ ਮਾਲਕ ਆਪਣਾ ਕੰਮ ਦੇ ਕੇ ਆਪਣੇ ਚਾਕਰਾਂ ਨੂੰ ਦੂਸਰੇ ਦੇਸ਼ 'ਚ ਜਾਂਦਾ ਹੈ। ਔਰ ਇਸ ਜਗ੍ਹਾ ਤੇ ਲਿਖਿਆ ਹੈ ਮੱਤੀ ਜਦੋਂ ਉਹਦਾ 25 ਅਧਿਆਏ ਉਹਦੀ 24 ਆਇਤ ਪੜੋਗੇ, ਇਸ ਜਗ੍ਹਾ ਤੇ ਲਿਖਿਆ ਹੈ ਫਿਰ ਜਿਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ ਸਵਾਮੀ ਜੀ ਮੈਂ ਇਹ ਜਾਣਦਾ ਸੀ ਕਿ ਤੁਸੀਂ ਬੜੇ ਕਰੜੇ ਆਦਮੀ ਜੇ, ਇਸ ਕਰਕੇ ਜੋ ਤੁਸੀਂ ਮੈਨੂੰ ਦੇ ਕੇ ਗਏ ਸੀ ਉਹ ਵੀ ਮੈਂ ਨੱਪ ਛੱਡਿਆ, ਮੈਂ ਕੋਈ ਕੰਮ ਨਹੀਂ ਕੀਤਾ। ਪਰ ਉਹਨਾਂ ਦਾ ਜਿਹੜਾ ਮਾਲਿਕ ਸੀ ਉਹ ਕਹਿ ਕੇ ਗਿਆ ਸੀ ਕਿ ਤੁਹਾਨੂੰ ਮੈਂ ਇੱਕ ਤੋੜਾ ਦੇ ਕੇ ਜਾ ਰਿਹਾ ਹਾਂ, ਤੁਸੀਂ ਕੰਮ ਕਰਨਾ ਮੇਰੇ ਪਿੱਛੋਂ। ਪਰ ਬਾਕੀ ਚਾਕਰਾਂ ਨੇ ਬਾਕੀਆਂ ਨੇ ਕੰਮ ਕੀਤਾ, ਪਰ ਇੱਕ ਸੀ ਜਿਹਨੇ ਕੋਈ ਕੰਮ ਨਹੀਂ ਕੀਤਾ, ਸੁਸਤ ਬਣ ਕੇ ਬੈਠਾ ਰਿਹਾ। ਔਰ ਜਿਹੜਾ ਉਹਨੂੰ ਦੇ ਕੇ ਗਿਆ ਸੀ ਉਹਦਾ ਮਾਲਿਕ ਉਹ ਵੀ ਉਹਨੇ ਲੁਕਾ ਛੱਡਿਆ, ਉਹ ਵੀ ਉਹਨੇ ਨੱਪ ਦਿੱਤਾ। ਹਾਲੇਲੂਇਆ। ਉਹ ਵੀ ਉਹਨੇ ਲੁਕਾ ਲਿੱਤਾ, ਨੱਪ ਛੱਡਿਆ, ਕੋਈ ਕੰਮ ਨਹੀਂ ਕੀਤਾ। ਤੇ ਜਦੋਂ ਮਾਲਕ ਵਾਪਸ ਆ ਰਿਹਾ ਹੈ, ਜਦੋਂ ਸਾਰਿਆਂ ਕੋਲੋਂ ਹਿਸਾਬ ਲਿੱਤਾ ਗਿਆ, ਅਕਾਊਂਟ ਲਿੱਤਾ ਗਿਆ, ਇੱਕ ਕਹਿ ਰਿਹਾ ਕਿ ਮੈਂ 1 ਤੋਂ 2 ਬਣਾਏ, ਦੂਸਰਾ ਕਹਿ ਰਿਹਾ ਮੈਂ 2 ਤੋਂ 4 ਬਣਾਏ। ਆਮੀਨ। ਇੱਕ ਸੀ ਉਹਨਾਂ ਦੇ ਵਿੱਚੋਂ ਜਿਹਨੇ ਕੁਝ ਵੀ ਨਹੀਂ ਕੀਤਾ। ਪਰਮੇਸ਼ਰ ਕੀ ਕਹਿ ਰਿਹਾ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਕੁਝ ਵੀ ਨਹੀਂ ਕਰਦੇ, ਨਾ ਉੱਠਦੇ ਨੇ। ਹਾਲੇਲੂਇਆ। ਜਦੋਂ ਅਸੀਂ ਇਹਦੀ 25 ਆਇਤ ਪੜਾਂਗੇ ਉਹਦੇ ਵਿੱਚ ਲਿਖਿਆ ਹੋਇਆ ਹੈ ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ ਤੇ ਐ ਲੋ ਆਪਣਾ ਤੋੜਾ ਵਾਪਸ ਲੈ ਲਓ, ਮੈਂ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਮੈਂ ਆਲਸੀ ਸੀ। ਹਾਲੇਲੂਇਆ। ਕਿਉਂਕਿ ਮੈਂ ਆਲਸੀ ਸੀ, ਮੈਂ ਕੋਈ ਕੰਮ ਨਹੀਂ ਕਰ ਪਾਇਆ, ਮੇਰੇ 'ਚ ਹਿੰਮਤ ਨਹੀਂ ਸੀ ਮੈਂ ਉੱਠ ਸਕਦਾ। ਤੇ ਮਾਲਕ ਅੱਗੋਂ ਕੀ ਕਹਿ ਰਿਹਾ ਹੈ 26 ਆਇਤ ਦੇ ਵਿੱਚ ਪੜੋ। ਉਸ ਦੇ ਮਾਲਕ ਨੇ ਉਹਨੂੰ ਉੱਤਰ ਦਿੱਤਾ ਓਏ ਦੁਸ਼ਟ ਤੇ ਆਲਸੀ ਚਾਕਰ। ਹਾਲੇਲੂਇਆ। ਓਏ ਦੁਸ਼ਟ ਤੇ ਆਲਸੀ ਚਾਕਰ। ਆਲਸੀ ਵੀ ਹੈ ਔਰ ਆਲਸੀ ਦੇ ਨਾਲ ਨਾਲ ਇੱਕ ਹੋਰ ਉਹਨੂੰ ਨਾਮ ਦਿੱਤਾ ਗਿਆ ਦੁਸ਼ਟ ਦਾ। ਦੁਸ਼ਟ ਤੇ ਆਲਸੀ ਚਾਕਰ। ਆਮੀਨ। ਲਿਖਿਆ ਕਿ ਅੱਗੇ ਚੱਲ ਕੇ ਉਹਦਾ ਮਾਲਕ ਉਹਨੂੰ ਸਜ਼ਾ ਦੇ ਰਿਹਾ, ਕਹਿ ਰਿਹਾ ਕਿ ਇਹਦੇ ਹੱਥ ਪੈਰ ਬੰਨੋ ਔਰ ਇਹਨੂੰ ਘੋਰ ਅੰਧਕਾਰ ਦੇ ਵਿੱਚ ਸੁੱਟ ਕੇ ਆਓ। ਕਿਉਂ? ਕਿਉਂਕਿ ਇਹਨੇ ਹਿੰਮਤ ਨਹੀਂ ਕੀਤੀ। ਹਾਲੇਲੂਇਆ। ਇਹਨੇ ਹਿੰਮਤ ਨਹੀਂ ਕੀਤੀ। ਔਰ ਇੱਕ ਹੋਰ ਆਇਤ ਪੜਾਂਗੇ ਕਹੌਤਾਂ ਉਹਦਾ 13 ਅਧਿਆਏ, ਕਹੌਤਾਂ ਦੀ ਕਿਤਾਬ ਉਹਦਾ 13 ਅਧਿਆਏ ਉਹਦੀ 4 ਆਇਤ। ਕਹੌਤਾਂ 13 ਅਧਿਆਏ ਉਹਦੀ 4 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਆਪਣੀ ਬਾਈਬਲ ਦੇ ਵਿੱਚੋਂ ਪੜ੍ਹੀਏ। ਕਹੌਤਾਂ 13 ਅਧਿਆਏ ਉਹਦੀ 4 ਆਇਤ। ਉਹਦੇ ਵਿੱਚ ਲਿਖਿਆ ਹੈ ਘੋਲੀਏ ਦਾ ਜੀ ਤਾਂ ਲੋਚਦਾ ਹੈ ਪਰ ਉਹਨੂੰ ਲੱਭਦਾ ਕੁਝ ਵੀ ਨਹੀਂ, ਪਰ ਉਦਮੀ ਦੀ ਜਾਨ ਮੋਟੀ ਹੋ ਜਾਵੇਗੀ। ਆਮੀਨ। ਘੋਲੀਏ ਦਾ ਜੀ ਤਾਂ ਲੋਚਦਾ ਹੈ ਪਰ ਲੱਭਦਾ ਕੁਝ ਵੀ ਨਹੀਂ। ਇਹਦਾ ਮਤਲਬ ਕੀ ਹੈ ਮੈਂ ਤੁਹਾਨੂੰ ਸਮਝਾਉਂਦੀ ਹਾਂ। ਘੋਲੀਏ ਦਾ ਜੀ ਲੋਚਦਾ ਹੈ, ਘੋਲੀਏ ਦਾ ਜੀ ਲੋਚਦਾ ਹੈ। ਘੋਲੀਆ ਮੀਨਸ ਘੋਲੀਏ ਦਾ ਜੀ ਲੋਚਦਾ ਹੈ ਮੀਨਸ ਕਿ ਉਹ ਵਿਅਕਤੀ ਜਿਹੜਾ ਬੈੱਡ ਤੇ ਪਿਆ ਹੈ ਜਾਂ ਆਰਾਮ ਦੇ ਨਾਲ ਕਿਤੇ ਬੈਠਾ ਹੋਇਆ ਹੈ, ਜ਼ਰੂਰੀ ਨਹੀਂ ਬੈੱਡ ਤੇ ਹੀ ਪਿਆ ਆ, ਕਿਤੇ ਬੈਠਾ ਵੀ ਹੋਇਆ ਹੋ ਸਕਦਾ ਹੈ, ਮਨ ਦੇ ਵਿੱਚ ਘੋਲ ਚੱਲ ਰਿਹਾ ਹੈ, ਉਹਦੇ ਅੰਦਰ ਕੀ ਚੱਲ ਰਿਹਾ? ਘੋਲ ਚੱਲਦਾ ਪਿਆ, ਘੋਲ ਚੱਲਦਾ
ਪਰ ਮੈਂ ਨਾ ਸਵੇਰੇ ਉੱਠ ਕੇ 2 ਘੰਟੇ ਦੁਆ ਕਰਨੀ ਹੈ। ਅਗਲੇ ਹਫਤੇ ਤੋਂ ਮੈਂ ਸ਼ੁਰੂ ਕਰ ਦੇਣੀ ਬਸ। ਮੈਂ ਅਗਲੇ ਮਹੀਨੇ ਤੋਂ ਰੋਜ਼ੇ ਰੱਖਣੇ ਸ਼ੁਰੂ ਕਰ ਦੇਣੇ ਆ। ਮੈਂ ਚਰਚ ਟਾਈਮ ਸਿਰ ਜਾਇਆ ਕਰਨਾ ਹੈ। ਮੈਂ ਆਪਣੇ ਚਰਚ ਦੇ ਲਈ ਕੁਝ ਕਰਕੇ ਦਿਖਾਉਣਾ ਹੈ। ਮੈਂ ਆਪਣੀ ਫੈਮਿਲੀ ਦੇ ਵਿੱਚੋਂ ਕੁਝ ਨਾ ਕੁਝ ਕਰਕੇ ਦਿਖਾਵਾਂਗਾ। ਮੈਂ ਵਧੀਆ ਪੜਾਂਗਾ, ਵਧੀਆ ਨੰਬਰ ਲਵਾਂਗਾ, ਪਰ ਕਰਦਾ ਕੁਝ ਵੀ ਨਹੀਂ। ਸਿਰਫ ਮਨ ਦੇ ਵਿੱਚ ਘੋਲ ਕਰ ਰਿਹਾ ਹੈ। ਹਾਲੇਲੂਇਆ। ਮਨ ਦੇ ਵਿੱਚ ਕੀ ਚੱਲ ਰਿਹਾ ਹੈ? ਘੋਲ ਚੱਲ ਰਿਹਾ ਹੈ। ਡੇਲੀ ਸੋਚਦਾ ਆ ਪਰ ਕਰਦਾ ਕੁਝ ਵੀ ਨਹੀਂ। ਹਾਲੇਲੂਇਆ। ਡੇਲੀ ਸੋਚ ਰਿਹਾ ਮੈਂ ਅੱਜ ਇਹ ਕਰਕੇ ਹੀ ਵਿਖਾਣਾ ਹੈ, ਪਰ ਉਹ ਵੀ ਦਿਨ ਬੀਤ ਜਾਂਦਾ ਹੈ। ਅੱਜ ਸੋਚ ਰਿਹਾ ਹੈ ਕੱਲ ਤੋਂ ਰੋਜ਼ਾ ਸ਼ੁਰੂ ਕਰਨਾ ਹੈ। ਫਾਸਟਿੰਗ ਚੱਲ ਰਹੇ ਨੇ 40 ਦਿਨ ਦੇ, 6 ਨਿਕਲ ਗਏ, 7ਵੇਂ ਤੇ ਸ਼ੁਰੂ ਕਰਾਂਗਾ। ਪੱਕਾ ਮੈਂ ਕੱਲ ਵਰਤ ਰੱਖਾਂਗਾ, ਕੱਲ ਪੱਕਾ ਮੈਂ ਜੁਆਇਨ ਕਰਾਂਗਾ। ਪਰ ਅਗਲੇ ਦਿਨ ਫਿਰ ਸਵੇਰੇ ਉੱਠ ਕੇ ਨਹੀਂ, ਅੱਜ ਕਿੱਥੇ ਰੱਖਿਆ ਜਾਣਾ ਹੈ, ਅੱਜ ਨਹੀਂ ਰੱਖਿਆ ਜਾ ਸਕਦਾ, ਕੱਲ ਸਵੇਰੇ ਪੱਕਾ। ਸੋਚ ਰਹੇ ਹੋ, ਸਮਝ ਰਹੇ ਹੋ ਇਸ ਵਚਨ ਨੂੰ? ਕੋਲੀਏ ਦਾ ਜੀ ਤਾਂ ਲੋਚਦਾ ਹੈ, ਅੰਦਰ ਉਹਦੇ ਹੋ ਰਿਹਾ ਕਿ ਮੈਂ ਕਰਾਂ, ਮੈਂ ਵੀ ਫਾਸਟਿੰਗ ਕਰਾਂ, ਮੈਂ ਵੀ ਚਰਚ ਜਾਵਾਂ ਟਾਈਮ ਸਿਰ, ਮੈਂ ਵੀ ਦਾਨ ਦਵਾਂ, ਦਸਵੰਧ ਦਵਾਂ, ਪ੍ਰਾਰਥਨਾ ਕਰਾਂ, ਵਚਨ ਨੂੰ ਪੜਾਂ, ਜਾਂ ਹੋਰ ਵੀ ਕੁਝ ਹੋ ਸਕਦਾ ਹੈ। ਪਰ ਲਿਖਿਆ ਆ ਲੱਭਦਾ ਕੁਝ ਵੀ ਨਹੀਂ ਕਰਦਾ ਉਹ। ਬਸ ਉਹਦੇ ਅੰਦਰ ਘੋਲ ਚੱਲ ਰਿਹਾ, ਸੋਚਾਂ ਦੇ ਵਿੱਚ ਜਾਂ ਮਨ ਦੇ ਵਿੱਚ ਘੋਲ ਚੱਲ ਰਿਹਾ, ਪਰ ਹਿੰਮਤ ਨਹੀਂ ਹੋ ਰਹੀ ਕਿ ਉੱਠ ਕੇ ਕੁਝ ਕਰ ਸਕੇ। ਹਾਲੇਲੂਇਆ। ਹਿੰਮਤ ਨਹੀਂ ਹੋ ਰਹੀ ਉੱਠ ਜਾਏ ਔਰ ਕੁਝ ਕਰੇ, ਪਰ ਮਨ ਦੇ ਵਿੱਚ ਖਿਚੜੀ ਪਕਾਈ ਜਾ ਰਿਹਾ ਡੇਲੀ। ਸੇਮ ਖਿਚੜੀ ਅੱਜ ਵੀ ਪੱਕ ਰਹੀ ਹੈ ਔਰ ਸੇਮ ਖਿਚੜੀ ਨੈਕਸਟ ਡੇ ਵੀ ਪੱਕ ਰਹੀ ਹੈ, ਪਰ ਉਹਦੇ ਉੱਤੇ ਕੰਮ ਨਹੀਂ ਹੋ ਰਿਹਾ, ਉੱਠ ਨਹੀਂ ਰਿਹਾ ਉਹ। ਹਾਲੇਲੂਇਆ। ਇਸ ਜਗ੍ਹਾ ਤੇ ਲਿਖਿਆ ਕੋਲੀਏ ਦਾ ਜੀ ਤਾਂ ਲੋਚਦਾ ਹੈ ਪਰ ਉਹਨੂੰ ਲੱਭਦਾ ਕੁਝ ਵੀ ਨਹੀਂ। ਪਰ ਉਦਮੀ ਦੀ ਜਾਨ ਮੋਟੀ ਹੋ ਜਾਵੇਗੀ। ਆਮੇਨ। ਜਾਨ ਮੋਟੀ ਹੋ ਜਾਵੇਗੀ ਮੀਨਸ ਕੀ ਮਤਲਬ ਇਹਦਾ? ਉਦਮੀ ਜਿਹੜਾ ਉੱਠਣ ਦੀ ਹਿੰਮਤ ਕਰਦਾ ਹੈ। ਆਮੇਨ। ਜਿਹੜਾ ਉੱਠਣ ਦੀ ਹਿੰਮਤ ਕਰ ਰਿਹਾ, ਯੈਸ ਆਈ ਵਿਲ ਡੂ, ਆਈ ਕੈਨ ਡੂ, ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ, ਮੈਂ ਕਰਾਂਗੀ। ਕੱਲ ਨਹੀਂ, ਮੈਂ ਅੱਜ ਤੋਂ ਹੀ ਫਾਸਟਿੰਗ ਸ਼ੁਰੂ ਕਰ ਲੈਣੇ ਨੇ, ਮੈਂ ਅੱਜ ਹੀ ਪ੍ਰਾਰਥਨਾ ਕਰਾਂਗਾ, ਮੈਂ ਅੱਜ ਹੀ, ਜੇ ਮੈਂ ਨਹੀਂ ਕਰ ਰਿਹਾ, ਮੈਂ ਨਹੀਂ ਪ੍ਰਾਰਥਨਾ ਕਰ ਰਿਹਾ, ਮੈਂ ਨਹੀਂ ਦਾਨ ਦੇ ਰਿਹਾ, ਮੈਂ ਨਹੀਂ ਟਾਈਮ ਸਿਰ ਚਰਚ ਜਾ ਰਿਹਾ, ਪਰ ਮੈਂ ਆਹ ਹਫਤੇ ਪੂਰੇ ਟਾਈਮ ਨਾਲ ਚਰਚ ਜਾਵਾਂਗਾ। ਮੈਂ ਸਬਤ ਦੇ ਦਿਨ ਤੋੜੇ ਨੇ ਕਾਫੀ ਆਪਣੀ ਲਾਈਫ ਦੇ ਵਿੱਚ। ਮੈਂ ਕਿੰਨੇ ਸਬਤ ਦੇ ਦਿਨ ਐਤਵਾਰ ਚਰਚ ਨਹੀਂ ਗਿਆ, ਪਰ ਮੈਂ ਹੁਣ ਇਹ 2022 ਦੇ ਵਿੱਚ ਕਦੀ ਵੀ ਆਪਣਾ ਐਤਵਾਰ ਮਿਸ ਨਹੀਂ ਕਰਾਂਗਾ। ਉਹ ਉਦਮੀ ਹੈ। ਆਮੇਨ। ਹਾਲੇਲੂਇਆ। ਉਹ ਉਦਮੀ ਹੈ ਜਿਹੜਾ ਉਦਮ ਕਰ ਰਿਹਾ ਹੈ। ਔਰ ਲਿਖਿਆ ਆ ਜਿਹੜਾ ਉਦਮੀ ਹੈ, ਜਿਹੜਾ ਉਦਮ ਕਰ ਰਿਹਾ ਹੈ, ਉਹਦੀ ਜਾਨ ਮੋਟੀ ਹੋ ਜਾਵੇਗੀ। ਮੀਨਸ ਉਹ ਪ੍ਰੋਸਪਰ ਹੋਏਗਾ। ਕਈ ਵਾਰੀ ਸੋਚਦੇ ਹੋ ਨਾ, ਕਹਿੰਦੇ ਹੋ ਇਹ ਖਾਂਦੇ ਪੀਂਦੇ ਘਰ ਦੇ ਲੱਗਦੇ ਆ। ਆਪਣੀ ਪੰਜਾਬੀਆਂ ਦੀ ਕਹਾਵਤ ਹੈ, ਜੇ ਕਿਸੇ ਨੂੰ ਮੋਟਾ ਵੇਖ ਲਈਏ ਉਹਨਾਂ ਨੂੰ ਕਹਿ ਦਿੰਦੇ ਨੇ ਇਹ ਖਾਂਦੇ ਪੀਂਦੇ ਘਰ ਦੇ ਲੱਗਦੇ ਆ। ਆਮੇਨ। ਸੋ ਉਦਮੀ ਦੀ ਜਾਨ ਮੋਟੀ ਹੋ ਜਾਵੇਗੀ, ਉਹ ਵਧੇਗਾ। ਹਾਲੇਲੂਇਆ। ਜਿਹੜਾ ਉਦਮ ਕਰਨ ਵਾਲਾ ਹੈ ਉਹ ਵਧੇਗਾ, ਪ੍ਰੋਸਪਰ ਹੋਏਗਾ। ਹਾਲੇਲੂਇਆ। ਸਮਝ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ? ਬਲੈਸ ਹੋਏਗਾ। ਪਰ ਬਹਾਨੇ ਬਣਾਉਣ ਵਾਲਾ, ਲੇਜ਼ੀ, ਸੁਸਤ, ਜਿਹੜਾ ਬਹਾਨੇ ਬਣਾ ਰਿਹਾ ਹੈ ਦਿਨ ਪ੍ਰਤੀ ਦਿਨ, ਮਨ ਦੇ ਵਿੱਚ ਘੋਲ ਚੱਲ ਰਿਹਾ, ਉਹਦੇ ਕੋਲ ਉੱਠਿਆ ਨਹੀਂ ਜਾ ਰਿਹਾ, ਹਿੰਮਤ ਨਹੀਂ ਹੋ ਰਹੀ, ਕੁਝ ਕਰਨ ਦਾ ਜਜ਼ਬਾ ਨਹੀਂ ਹੋ ਰਿਹਾ, ਉਹ ਕੀ ਹੈ? ਲੇਜ਼ੀ ਹੈ, ਸੁਸਤ ਹੈ, ਪਲਾਨ ਕਰ ਰਿਹਾ, ਘੋਲ ਚੱਲਦਾ ਰਹਿੰਦਾ ਹੈ। ਇਹੀ ਘੋਲ ਚੱਲਦੇ ਚੱਲਦੇ ਪਤਾ ਨਹੀਂ ਕਿੰਨੇ ਸਾਲ ਨਿਕਲ ਗਏ ਨੇ। ਉਹ ਘੋਲ ਉਹਨੇ ਆਪਣੇ ਬੈੱਡ ਤੇ ਜਾਂ ਫਿਰ ਉਹ ਸਪੈਸ਼ਲ ਕੋਈ ਚੇਅਰ ਜਾਂ ਕੋਈ ਉਹਦਾ ਸੋਫਾ ਹੋਏਗਾ, ਉੱਥੇ ਬੈਠ ਕੇ ਹੀ ਉਹਨੇ ਕੱਢ ਦਿੱਤੇ ਨੇ। ਹਾਲੇਲੂਇਆ। ਪਰ ਕੀਤਾ ਕੁਝ ਵੀ ਨਹੀਂ। ਆਮੇਨ। ਪਰ ਇਸ ਜਗ੍ਹਾ ਤੇ ਲਿਖਿਆ ਕਿ ਜਿਹੜਾ ਉਦਮੀ ਹੈ, ਜਿਹੜਾ ਕਰਨ ਦਾ ਜਜ਼ਬਾ ਰੱਖਦਾ ਹੈ, ਉਹਦੀ ਜਾਨ ਮੋਟੀ ਹੋ ਜਾਵੇਗੀ।
ਆਮੇਨ, ਹਾਲੇਲੂਇਆ। ਇਹ ਸਿਰਫ ਹਜੇ ਮੈਂ ਤੁਹਾਨੂੰ ਉੱਠਣ ਬਾਰੇ ਹੀ ਸਮਝਾ ਰਹੀ ਹਾਂ। ਜੋ ਹਜੇ ਸ਼ੁਰੂ ਕਰਨਾ ਆ ਉਹ ਬਹੁਤ ਕੁਝ ਪਿਆ ਹੋਇਆ ਹੈ। ਆਮੇਨ। ਉੱਠਣ ਦਾ ਮਤਲਬ ਹੁਣ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ। ਉੱਠਣ ਦਾ ਮਤਲਬ ਨੀਂਦ ਤੋਂ ਜਾਗਣਾ नहीं है। ਉੱਠਣ ਦਾ ਮਤਲਬ हिम्मत करनी, जज्बा रखना, कुछ करके दिखाना। हालेलुया, आमीन। और जो नहीं उठ रहे, नहीं कर रहे, लेजी आ, सुस्त आ। और लेजी जड़े सुस्त ने परमेश्वर लिखा है उन्होंने पसंद नहीं करता। और सुस्त व्यक्ति जड़ा आ वो कदे भी ब्लैस नहीं हो सकता। परमेश्वर उन्होंने कह रहा जा और जाके कीड़ी को सीख किस तरह उद्यम करना है, किस तरह तो उठना है। हालेलुया। परमेश्वर ने आदमी ਨੂੰ ਬਣਾਇਆ, ਉਹਨੂੰ ਕਿਹਾ ਕਿ ਤੂੰ ਇਸ ਅਦਨ ਦੇ ਬਾਗ ਦੀ ਰਾਖੀ ਕਰ। ਹਾਲੇਲੂਇਆ। ਪਰਮੇਸ਼ਰ ਨੇ ਨਹੀਂ ਕਿਹਾ ਕਿ ਤੂੰ ਸੁਸਤ ਹੋ ਕੇ ਆਰਾਮ ਦੇ ਨਾਲ ਬਾਗ ਦੇ ਵਿੱਚ ਸੁੱਤਾ ਰਹਿ, ਫਲ ਆਪਣੇ ਆਪ ਆਣਗੇ ਤੇ ਤੇਰੇ ਮੂੰਹ 'ਚ ਪੈ ਜਾਣਗੇ। ਹਾਲੇਲੂਇਆ। ਸੋ ਉੱਠਣਾ ਜਿਹੜਾ ਆ ਇਹਦੇ ਵਿੱਚ ਬਹੁਤ ਸਾਮਰਥ ਹੈ। ਆਮੀਨ। और असी प्रभु के वचन दे विचों सीखण दे लई जा रहे हैं होर भी। आमीन। आइए मेरे नाल खोलिए जजिस चैप्टर 6, न्यायियां दी किताब ओदा 6 अध्याय। न्यायियां दी किताब ओदा 6 अध्याय। हालेलुया। जदों तुसी न्यायियां दी किताब ओदा 6 अध्याय कटोगे, स्टार्टिंग दे विच जदों पढ़ोगे, इस जगह ते पहली आयत दे विच ही लिखिया होया है, इस्राएलियां ने यहोवा अगे बुराई कीती, तद यहोवा ने उन्हां नूं 7 वरियां तोड़ी मिद्यानियां दे हत्थ विच कर दिता। मिद्यानियां दा हत्थ इस्राएलियां उत्ते तगड़ा होया। हालेलुया। चंगी तरह तुसीं न्यायियां दी किताब ओदा 6 अध्याय ते ओदा 7 अध्याय पढ़ लेना। बाद दे विच तुहानूं मैं मेन वर्सेस जड़ियां ने उन्हां दे विचों समझाउण दे लई जा रही हां। लिखिया कि प्रभु दे लोग, परमेश्वर दे लोकां ने, इस्राएलियां ने, इस्राएली परमेश्वर दे लोग सी। हालेलुया। परमेश्वर दे लोकां ने परमेश्वर दी निगाह दे विच बुराई कीती। आमीन। परमेश्वर दे लोकां ने परमेश्वर दी निगाह दे विच बुराई कीती ते लिखिया कि परमेश्वर ने 7 सालां तक उन्हां नूं गुलाम कर दिता। उन्हां दे दुश्मनां दे हत्थां दे विच उन्हां नूं सौंप दिता। 7 साल दे लई। 7 साल दुश्मन दे हत्थ दे विच ने। पर जदों परमेश्वर दी कह लो उन्हां ने बुराई नहीं सी कीती, उस समय कोई भी दुश्मन उन्हां दा वैरी उन्हां नूं हरा नहीं सी सकदे। इसराइलियां नूं लोग डरदे सी उन्हां तों। क्यों? क्योंकि उन्हां नूं पता सी इन्हां दा परमेश्वर इन्हां दे नाल है। परमेश्वर उन्हां नूं हारन नहीं सी दिंदा। हालेलुया। पर जदों उन्हां ने बुराई कीती, जदों अपने परमेश्वर दी बुराई कीती, उस समय परमेश्वर ने उन्हां नूं 7 सालां दे लई उन्हां दे दुश्मनां दे हत्थां दे विच कर दिता। हालेलुया। और जदों दुश्मनां दे हत्थ दे विच चले गए ने, उस समय लिखिया कि वो बहुत ही ज्यादा तंग होण लग गए। हालेलुया। बहुत ज्यादा तंगी दे विच चले गए, निरधन हो गए। बाइबल दे विच लिखिया निरधन हो गए, पैसा तेला खत्म हो गया। कदों? जदों बुराई कीती, जदों परमेश्वर दी अनाग्याकारी कीती, जदों परमेश्वर दी गल नहीं मन्नी, जदों प्रभु दी नज़रां दे विच बुराई कीती। हालेलुया। उस समय तुसी जदों ਇਹਦੀ 6 आयत पढ़ोगे, ਉਹਦੇ ਵਿੱਚ ਲਿਖਿਆ ਆ ਇਸਰਾਇਲੀ ਜਿਹੜੇ ਸੀ ਉਹ ਨਿਰਧਨ ਹੋ ਗਏ। ਨਿਰਧਨ ਹੋ ਗਏ ਕਿਉਂਕਿ ਜਿਹੜੇ ਦੁਸ਼ਮਣ ਸੀ ਉਹਨਾਂ ਦੀਆਂ ਫਸਲਾਂ ਜਿਹੜੀਆਂ ਸੀ, ਉਹਨਾਂ ਦਾ ਜਿਹੜੇ ਫਸਲ ਸੀ ਉਹ ਕੱਟ ਕੇ ਪਹਿਲਾਂ ਹੀ ਲੈ ਜਾਂਦੇ ਸੀ। ਉਹਨਾਂ ਦੇ ਖੇਤਾਂ ਦੇ ਵਿੱਚੋਂ ਜੋ ਕੁਝ ਉਹਨਾਂ ਨੂੰ ਮਿਲਦਾ ਸੀ ਇਹਨਾਂ ਨੂੰ ਉਜਾੜ ਕੇ ਚਲੇ ਜਾਂਦੇ ਸੀ, ਕੁਝ ਵੀ ਨਹੀਂ ਸੀ ਰਹਿਣ ਦਿੰਦੇ। ਇਸ ਕਰਕੇ ਇਹ ਗਰੀਬ ਹੋ ਗਏ ਸੀ। ਹਾਲੇਲੂਇਆ। ਨਿਰਧਨ ਹੋ ਗਏ ਸੀ। ਆਮੀਨ। ਜਦੋਂ ਨਿਰਧਨ ਹੋ ਗਏ ਨੇ, ਕੁਝ ਵੀ ਨਹੀਂ ਆ ਕੋਲ, ਉਦੋਂ ਪਰਮੇਸ਼ਰ ਨੂੰ ਦੁਹਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੱਲ ਯਾਦ ਰੱਖਣਾ, ਧਨੀ ਬਣਾਉਣ ਵਾਲਾ ਵੀ ਪਰਮੇਸ਼ਰ ਹੈ ਔਰ ਧਨ ਖੋਣ ਵਾਲਾ ਵੀ, ਨਿਰਧਨ ਬਣਾਉਣ ਵਾਲਾ ਵੀ ਪਰਮੇਸ਼ਰ ਹੈ। ਆਮੀਨ। ਇੱਜ਼ਤ ਤੇ ਦੌਲਤ
ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਇੱਜ਼ਤ ਤੇ ਦੌਲਤ ਪ੍ਰਭੂ ਤੋਂ ਮਿਲਦਾ ਹੈ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ। ਆਮੇਨ। ਔਰ ਇਸ ਜਗ੍ਹਾ ਤੇ ਲਿਖਿਆ ਕਿ ਜਦੋਂ ਉਹਨਾਂ ਨੇ ਬੁਰਾਈ ਕੀਤੀ ਉਹ ਨਿਰਧਨ ਹੋ ਗਏ। ਫਿਰ ਪਰਮੇਸ਼ਰ ਨੂੰ ਪੁਕਾਰਨ ਲੱਗੇ, ਪ੍ਰਭੂ ਸਾਡੇ ਤੇ ਦਇਆ ਕਰ, ਸਾਡੇ ਤੇ ਦਇਆ ਕਰ, ਸਾਨੂੰ ਮਾਫ ਕਰ। ਫਿਰ ਦੁਆਵਾਂ ਸ਼ੁਰੂ ਕਰਤੀਆਂ ਜਦੋਂ ਨਿਰਧਨ ਹੋ ਗਏ, ਜਦੋਂ ਪੈਸਾ ਧੇਲਾ ਕੋਈ ਨਹੀਂ ਹੈ, ਫਸਲਾਂ ਜਿਹੜੀਆਂ ਦੁਸ਼ਮਣ ਲੈ ਕੇ ਜਾ ਰਹੇ ਨੇ, ਆਪਣੇ ਕੋਲ ਰੋਟੀ ਖਾਣ ਲਈ ਵੀ ਥੋੜਾ ਬਹੁਤਾ ਕੁਝ ਬਚ ਰਿਹਾ ਆ, ਉਹ ਵੀ ਜੇ ਉਹਨਾਂ ਨੇ ਲੁਕਾ ਕੇ ਰੱਖਿਆ ਹੋਏਗਾ। ਹਾਲੇਲੂਇਆ। ਔਰ ਜਦੋਂ ਲਿਖਿਆ ਕਿ ਜਦੋਂ ਉਹ ਦੁਹਾਈਆਂ ਦੇ ਰਹੇ ਸੀ, ਪਰਮੇਸ਼ਰ ਨੂੰ ਕਹਿ ਰਹੇ ਸੀ, ਜਦੋਂ ਦੁਹਾਈ ਦੇ ਰਹੇ ਸੀ, ਪ੍ਰਭੂ ਸਾਨੂੰ ਬਚਾ, ਸਾਨੂੰ ਮਾਫ ਕਰ, ਪਰਮੇਸ਼ਰ ਦਾ ਤਰਸ ਉਹਨਾਂ ਦੇ ਉੱਤੇ ਆਇਆ। ਆਮੇਨ। 11 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਜਦੋਂ ਤੁਸੀਂ ਇਸ ਵਚਨ ਦੀ 11 ਆਇਤ ਪੜੋਗੇ, ਇਹਦੇ ਵਿੱਚ ਲਿਖਿਆ ਜਦੋਂ ਦੁਹਾਈਆਂ ਦੇ ਰਹੇ ਸੀ, ਦੁੱਖ ਦੇ ਵਿੱਚ ਸੀ, ਤਕਲੀਫ ਦੇ ਵਿੱਚ ਸੀ। ਇਸ ਜਗ੍ਹਾ ਤੇ ਲਿਖਿਆ ਕਿ ਫਿਰ ਯਹੋਵਾ ਦਾ ਦੂਤ ਆਇਆ ਅਤੇ ਅਫਰਾ ਵਿੱਚ ਬਲੂਤ ਦੇ ਇੱਕ ਬ੍ਰਿਕਸ਼ ਹੇਠਾਂ ਬੈਠੇ ਜਿਹੜਾ ਯੋਆਸ ਅਬੀ ਅਜ਼ਰੀ ਦਾ ਸੀ, ਉਸ ਵੇਲੇ ਉਸ ਦਾ ਪੁੱਤਰ ਗਿਦੌਨ ਇੱਕ ਚੁਬੱਚੇ ਵਿੱਚ ਕਣਕ ਛੱਟ ਰਿਹਾ ਸੀ, ਇਸ ਕਰਕੇ ਜੋ ਮਿਦਿਆਨੀਆਂ ਦੇ ਹੱਥੋਂ ਲੁਕਾਵੇ। ਆਮੇਨ। ਗਿਦਿਓਨ ਇਸਰਾਇਲੀਆਂ ਦੇ ਵਿੱਚੋਂ ਇੱਕ ਜਣਾ, ਗਿਦਿਓਨ ਨਾਮ ਪੜੋ। ਇਸ ਜਗ੍ਹਾ ਤੇ ਲਿਖਿਆ ਗਿਦੌਨ ਜਦੋਂ ਚੁਬੱਚੇ ਦੇ ਵਿੱਚ ਲੁਕ ਕੇ ਕਣਕ ਛੱਟ ਰਿਹਾ ਸੀ, ਚੁਬੱਚੇ ਦੇ ਵਿੱਚ ਕਣਕ ਛੱਟ ਰਿਹਾ ਸੀ। ਕਿਉਂਕਿ ਦੁਸ਼ਮਣ ਨਾ ਦੇਖ ਲੈਣ, ਜੇ ਦੁਸ਼ਮਣਾਂ ਨੇ ਦੇਖ ਲਿਆ ਮੈਨੂੰ ਕਣਕ ਛੱਟ ਦੇ, ਉਹ ਮੇਰੇ ਕੋਲੋਂ ਸਾਰੀ ਕਣਕ ਖੋ ਕੇ ਲੈ ਜਾਣਗੇ। ਲੁਕ ਕੇ ਕਣਕ ਛੱਟ ਰਿਹਾ ਆ। ਹਾਲੇਲੂਇਆ। ਲੁਕ ਕੇ ਕਣਕ ਛੱਟ ਰਿਹਾ ਹੈ ਕਿ ਮਿਦਿਆਨੀਆਂ ਦੇ ਹੱਥੋਂ ਲੁਕਾਵੇ, ਕਿਤੇ ਕਣਕ ਉਹਨਾਂ ਦੀ ਖੋ ਕੇ ਨਾ ਲੈ ਜਾਵੇ। ਆਮੇਨ। ਤੇ ਕਿਉਂ ਪਰਮੇਸ਼ਰ ਦੇ ਦੂਤ ਨੇ ਗਿਦਿਓਨ ਨੂੰ ਦਰਸ਼ਨ ਦਿੱਤਾ? ਇਸ ਜਗ੍ਹਾ ਤੇ ਤੁਸੀਂ ਅੱਗੇ ਪੜੋਗੇ, ਲਿਖਿਆ ਕਿ ਸੋ ਯਹੋਵਾ ਦੇ ਦੂਤ ਨੇ ਗਿਦਿਓਨ ਨੂੰ ਦਰਸ਼ਨ ਦਿੱਤਾ। ਆਮੇਨ। ਕਿਹੜੀ ਜਗ੍ਹਾ ਤੇ ਦਰਸ਼ਨ ਦੇ ਰਿਹਾ ਹੈ? ਕਿਹੜੀ ਜਗ੍ਹਾ ਤੇ ਦਰਸ਼ਨ ਦੇ ਰਿਹਾ? ਜਿੱਥੇ ਉਹ ਬੈਠ ਕੇ ਚੁਬੱਚੇ ਦੇ ਵਿੱਚ ਕਣਕ ਛੱਟ ਰਿਹਾ ਸੀ। ਹਾਲੇਲੂਇਆ। ਪਰਮੇਸ਼ਰ ਸਾਨੂੰ ਸਭ ਨੂੰ ਦੇਖ ਰਿਹਾ ਹੈ। ਆਮੇਨ। ਕਿਹੜੇ ਕੰਮ ਅਸੀਂ ਕਰ ਰਹੇ ਹਾਂ। ਆਮੇਨ। ਹਾਲੇਲੂਇਆ। ਪਰਮੇਸ਼ਰ ਸਾਨੂੰ ਦੇਖ ਰਿਹਾ ਹੈ। ਡੇ ਨਾਈਟ ਉਹਦੀਆਂ ਅੱਖਾਂ ਲਿਖਿਆ ਧਰਮੀਆਂ ਦੇ ਉੱਤੇ, ਆਪਣੇ ਲੋਕਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਚਾਹੇ ਅਸੀਂ ਚੰਗਾ ਕਰ ਰਹੇ ਹਾਂ, ਚਾਹੇ ਮਾੜਾ ਕਰ ਰਹੇ ਹਾਂ, ਪਰਮੇਸ਼ਰ ਦੇਖ ਰਿਹਾ ਹੈ। ਪਰਮੇਸ਼ਰ ਗਿਦਿਓਨ ਨੂੰ ਦੇਖ ਰਿਹਾ ਸੀ। ਹਾਲੇਲੂਇਆ। ਗਿਦਿਓਨ ਨੂੰ ਦੇਖ ਰਿਹਾ ਸੀ ਕਿ ਉਹ ਕਣਕ ਛੱਟ ਰਿਹਾ ਆ, ਲੁਕ ਕੇ ਕਣਕ ਛੱਟ ਰਿਹਾ ਹੈ। ਆਮੇਨ। ਪਰ ਪਰਮੇਸ਼ਰ ਨੇ ਇਹਦੇ ਪਿੱਛੇ, ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਕੀ ਦੇਖਿਆ। ਕੱਲਾ ਇਹ ਨਹੀਂ ਦੇਖਿਆ ਕਿ ਉਹ ਕਣਕ ਛੱਟ ਰਿਹਾ ਹੈ, ਉਹਦੇ ਪਿੱਛੇ ਪਰਮੇਸ਼ਰ ਨੇ ਉਹਦੇ ਅੰਦਰ ਦਾ ਜਜ਼ਬਾ ਦੇਖਿਆ ਕਿ ਉਹਨੇ ਹਿੰਮਤ ਕੀਤੀ ਉੱਠ ਕੇ ਕਣਕ ਛੱਟਣ ਦੀ। ਹਾਲੇਲੂਇਆ। ਆਪਣੀ ਫੈਮਿਲੀ ਦੇ ਲਈ। ਆਮੇਨ। ਹਾਲੇਲੂਇਆ। ਆਪਣੀ ਫੈਮਿਲੀ ਦੇ ਲਈ ਕੁਝ ਅਨਾਜ ਨੂੰ ਇਕੱਠਾ ਕਰੇ, ਆਪਣੇ ਲੋਕਾਂ ਦੇ ਲਈ ਅਨਾਜ ਨੂੰ ਇਕੱਠਾ ਕਰੇ, ਛੱਡ ਕੇ ਅਲੱਗ ਰੱਖੇ, ਦੁਸ਼ਮਣਾਂ ਤੋਂ ਬਚਾ ਲਵੇ। ਉਹਨੇ ਹਿੰਮਤ ਕੀਤੀ। ਹਾਲੇਲੂਇਆ। ਗਿਦਿਓਨ ਨੇ ਹਿੰਮਤ ਕੀਤੀ ਔਰ ਲੁਕ ਕੇ ਕਣਕ ਛੱਟ ਰਿਹਾ ਆ, ਕੰਮ ਕਰ ਰਿਹਾ ਹੈ। ਮੈਂ ਤੁਹਾਨੂੰ ਦੱਸ ਰਹੀ ਸੀ, ਕੰਮ ਕਰਨਾ ਔਰ ਨਾ ਕਰਨਾ। ਹਾਲੇਲੂਇਆ। ਗਿਦਿਓਨ ਇਸ ਜਗ੍ਹਾ ਤੇ ਲਿਖਿਆ ਆ, ਕਣਕ ਛੱਟ ਰਿਹਾ ਸੀ, ਕੰਮ ਕਰ ਰਿਹਾ ਸੀ, ਬਲ ਨਾਲ, ਹਿੰਮਤ ਨਾਲ, ਆਪਣੇ ਲੋਕਾਂ ਦੇ ਲਈ, ਆਪਣੀ ਫੈਮਿਲੀ ਦੇ ਲਈ। ਹਾਲੇਲੂਇਆ। ਔਰ ਪਰਮੇਸ਼ਰ ਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਕਿ ਕਮ ਸੇ ਕਮ ਇਹ ਹਿੰਮਤ ਤਾਂ ਕਰ ਰਿਹਾ। ਹਾਲੇਲੂਇਆ। ਔਰ ਉਸੇ ਜਗ੍ਹਾ ਤੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜ ਦਿੱਤਾ। ਜਿਸ ਜਗ੍ਹਾ ਤੇ ਤੁਸੀਂ ਕੰਮ ਕਰ ਰਹੇ ਹੋ, ਹਾਲੇਲੂਇਆ, ਹਿੰਮਤ ਦਿਖਾ ਰਹੇ ਹੋ, ਪਰਮੇਸ਼ਰ ਤੁਹਾਨੂੰ ਉਸ ਜਗ੍ਹਾ ਤੇ ਦਰਸ਼ਨ ਦੇ ਸਕਦੇ ਆ। ਪਰਮੇਸ਼ਰ ਦਾ ਦੂਤ, ਪਰਮੇਸ਼ਰ ਦੇ ਐਂਜਲਸ ਜਿਹੜੇ ਆ, ਉਹ ਤੁਹਾਨੂੰ ਦਰਸ਼ਨ ਦੇ ਸਕਦੇ ਨੇ। ਆਮੇਨ। ਗਿਦਿਓਨ ਨੂੰ ਚੁਬੱਚੇ ਦੇ ਵਿੱਚ ਪਰਮੇਸ਼ਰ ਦੇ ਦੂਤ ਨੇ ਦਰਸ਼ਨ ਦਿੱਤਾ। ਹਾਲੇਲੂਇਆ। ਔਰ ਕੀ ਕਹਿ ਰਿਹਾ ਹੈ? ਹਾਲੇਲੂਇਆ। ਆਮੇਨ। ਤਕੜਾਈ ਨਾਲ ਜਦੋਂ ਕਣਕ ਛੱਟ ਰਿਹਾ ਸੀ, 14 ਆਇਤ ਦੇ ਵਿੱਚ ਜਦੋਂ ਤੁਸੀਂ ਪੜੋਗੇ, ਇਹਦੀ 14 ਆਇਤ ਦੇ ਵਿੱਚ ਜਦੋਂ ਤੁਸੀਂ ਪੜੋਗੇ, ਇਸ ਜਗ੍ਹਾ ਤੇ ਲਿਖਿਆ ਹੋਇਆ ਹੈ, ਤਦ ਯਹੋਵਾ ਨੇ ਉਹਦੇ ਵੱਲ ਵੇਖ ਕੇ ਆਖਿਆ, ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਜ਼ਰਾਈਲ ਨੂੰ ਮਿਦਿਆਨੀਆਂ ਦੇ ਹੱਥੋਂ ਛੁਡਾ। ਆਮੇਨ। ਹਾਲੇਲੂਇਆ। ਕੀ ਕਹਿ ਰਿਹਾ ਕਿ ਤੂੰ ਆਪਣੇ ਇਸੇ ਬਲ ਨਾਲ। ਆਮੇਨ। ਪਰਮੇਸ਼ਰ ਦੇਖ ਰਿਹਾ ਕਿ ਉਹਨੇ ਉੱਠਿਆ ਔਰ ਉਹ ਬਲ ਦੇ ਨਾਲ ਕੰਮ ਕਰ ਰਿਹਾ, ਜਲਦੀ ਦੇ ਨਾਲ। ਸੋਚੋ,
ਇੱਕ ਵਿਅਕਤੀ ਆਪਣੇ ਉਹ ਧਿਆਨ ਰੱਖ ਰਿਹਾ ਹੋਏਗਾ, ਕਿੱਦਾਂ ਕਣਕ ਛੱਡ ਰਿਹਾ, ਆਰਾਮ ਨਾਲ ਬਹਿ ਕੇ ਨਹੀਂ ਸੀ ਛੱਡ ਰਿਹਾ। ਉਹਨੂੰ ਡਰ ਵੀ ਸੀ ਕਿ ਜੇ ਉਹਦੇ ਦੁਸ਼ਮਣ ਆ ਗਏ, ਜੇ ਉਹਦੇ ਦੁਸ਼ਮਣ ਆ ਗਏ, ਉਹ ਕਣਕ ਉਹਦੇ ਕੋਲੋਂ ਖੋ ਕੇ ਵੀ ਲੈ ਕੇ ਜਾ ਸਕਦੇ ਨੇ। ਹਾਲੇਲੂਇਆ। ਪਰ ਉਹ ਕਿੱਦਾਂ ਤਗੜਾਈ ਦੇ ਨਾਲ, ਹਿੰਮਤ ਦੇ ਨਾਲ, ਇੱਕ ਧਿਆਨ ਉਹਦਾ ਦੂਸਰੇ ਪਾਸੇ ਹੋਏਗਾ, ਇੱਕ ਧਿਆਨ ਜਲਦੀ ਦੇ ਨਾਲ, ਫੁਰਤੀ ਦੇ ਨਾਲ ਕਣਕ ਛੱਡ ਰਿਹਾ ਹੋਏਗਾ, ਆਰਾਮ ਨਾਲ ਬਹਿ ਕੇ ਨਹੀਂ ਸੀ ਛੱਡ ਰਿਹਾ। ਹਾਲੇਲੂਇਆ। ਫੁਰਤੀ ਦੇ ਨਾਲ ਕਣਕ ਛੱਡ ਰਿਹਾ ਸੀ, ਚੁਸਤੀ ਦੇ ਨਾਲ। ਜਲਦੀ ਜਲਦੀ ਮੈਂ ਕਣਕ ਛੱਡ ਕੇ ਸਾਂਭ ਲਵਾਂ ਕਿਤੇ ਦੁਸ਼ਮਣ ਨਾ ਆ ਜਾਣ। ਹਾਲੇਲੂਇਆ। ਤੇ ਪਰਮੇਸ਼ਵਰ ਦੇ ਦੂਤ ਨੇ ਉਹਨੂੰ ਕੀ ਕਿਹਾ? ਇਸੇ ਹੀ ਪਲ ਦੇ ਨਾਲ। ਹਾਲੇਲੂਇਆ। ਪਰਮੇਸ਼ਵਰ ਨੇ ਉਹਨੂੰ ਚੁਣ ਲਿਆ ਉਸ ਜਗ੍ਹਾ ਤੇ, ਉਹਦੀ ਹਿੰਮਤ ਦੇਖ ਕੇ। ਆਮੇਨ। ਹਾਲੇਲੂਇਆ। ਉਹਦਾ ਜਜ਼ਬਾ ਦੇਖ ਕੇ, ਉਹਦਾ ਬਲ ਦੇਖ ਕੇ। ਤੇ ਉਹਨੂੰ ਕੀ ਕਹਿ ਰਿਹਾ 14 ਆਇਤ ਦੇ ਵਿੱਚ ਪੜ੍ਹਦੇ ਆ, ਤਦ ਯਹੋਵਾ ਨੇ ਉਹਦੇ ਵੱਲ ਵੇਖ ਕੇ ਕਿਹਾ ਕਿ ਤੂੰ ਆਪਣੇ ਇਸੇ ਹੀ ਬਲ ਨਾਲ ਜਾ ਅਤੇ ਤੂੰ ਇਸਰਾਇਲ ਨੂੰ, ਆਪਣੀ ਕੌਮ ਨੂੰ ਉਹਨਾਂ ਗੁਲਾਮਾਂ ਦੇ ਹੱਥੋਂ, ਮਿਦਿਆਨੀਆਂ ਦੇ ਹੱਥੋਂ ਛੁਡਾ ਲੈ। ਹਾਲੇਲੂਇਆ। ਮਿਦਿਆਨੀਆਂ ਦੇ ਹੱਥੋਂ ਛੁਡਾ। ਭਲਾ ਮੈਂ ਤੈਨੂੰ ਘੱਲਿਆ ਕਿ ਨਹੀਂ? ਆਮੇਨ। ਤੇ ਜਦੋਂ ਤੁਸੀਂ ਅੱਗੇ ਪੜੋਗੇ ਉਸ ਜਗ੍ਹਾ ਤੇ ਲਿਖਿਆ ਕਿ ਗਿਦਿਓਨ ਕਹਿਣ ਲੱਗਾ, ਮੈਂ ਕਿਸ ਤਰ੍ਹਾਂ ਜਾ ਸਕਦਾ ਹਾਂ? ਹਾਲੇਲੂਇਆ। ਗਿਦਿਓਨ ਉਹ ਸੋਚਣ ਲੱਗ ਗਿਆ, ਮੈਂ ਨਿੱਕਾ ਜਿਹਾ ਆਪਣੇ ਪਿੰਡ ਦੇ ਵਿੱਚੋਂ, ਆਪਣੀ ਕੌਮ ਚੋਂ, ਆਪਣੀ ਜਾਤੀ ਚੋਂ, ਆਪਣੇ ਘਰਾਣੇ ਦੇ ਵਿੱਚੋਂ ਨਿੱਕਾ ਜਿਹਾ ਆ, ਮੈਂ ਛੋਟਾ ਆ, ਮੇਰਾ ਘਰਾਣਾ ਵੀ ਕੋਈ ਇੰਨਾ ਵੱਡਾ ਹਾਈ ਸਟੇਟਸ ਦਾ ਨਹੀਂ ਆ, ਮੈਂ ਕਿੱਦਾਂ ਛਡਾਵਾਂਗਾ? ਹਾਲੇਲੂਇਆ। ਔਰ ਉਹ ਸੋਚਣ ਲੱਗ ਗਿਆ ਕਿ ਪਰਮੇਸ਼ਵਰ ਤੇ ਮੈਨੂੰ ਕਹਿ ਰਿਹਾ ਕਿ ਤੂੰ ਜਾ ਕੇ ਆਪਣੀ ਕੌਮ ਨੂੰ ਛਡਾ, ਮੈਂ ਕਿੱਦਾਂ ਛਡਾਵਾਂਗਾ? ਮੈਂ ਮਨਸ਼ੇ ਵਿੱਚ ਸਾਰਿਆਂ ਨਾਲੋਂ ਕੰਗਾਲ ਆ। ਹਾਲੇਲੂਇਆ। ਆਪਣੀ ਕੌਮ ਦੇ ਵਿੱਚੋਂ ਸਾਰਿਆਂ ਨਾਲੋਂ ਕੰਗਾਲ ਆ। ਇਸ ਜਗ੍ਹਾ ਤੇ ਲਿਖਿਆ ਕਿ ਮੈਂ ਕੰਗਾਲ ਹਾਂ ਅਤੇ ਆਪਣੇ ਪਿਓ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ। ਜਦੋਂ ਤੁਸੀਂ 15 ਆਇਤ ਪੜੋਗੇ ਤੇ ਯਹੋਵਾ ਨੇ, ਪਰਮੇਸ਼ਵਰ ਨੇ ਉਹਨੂੰ ਕੀ ਕਿਹਾ? ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ। ਆਮੇਨ। ਪਰਮੇਸ਼ਵਰ ਉਹਨੂੰ ਕੀ ਕਹਿਣ ਲੱਗਿਆ? ਕਿ ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ। ਆਮੇਨ। ਫਿਰ ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ। ਉੱਠ, ਇਸੇ ਬਲ ਨਾਲ ਜਾ ਤੇ ਉਹਨੂੰ ਛੁਡਾ। ਤੇ 17 ਆਇਤ ਦੇ ਵਿੱਚ ਲਿਖਿਆ ਕਿ ਉਹ ਕਹਿ ਰਿਹਾ ਕਿ ਮੈਂ ਸਭ ਤੋਂ ਨਿੱਕਾ ਆ। ਤੇ ਪਰਮੇਸ਼ਵਰ ਨੇ ਕਿਹਾ ਕਿ ਤੂੰ ਜਾ। 27 ਆਇਤ ਦੇ ਵਿੱਚ, ਜਦੋਂ ਪ੍ਰਭੂ ਦੇ ਵਚਨ ਦੇ ਵਿੱਚ ਤੁਸੀਂ ਪੜੋਗੇ, ਉਸ ਜਗ੍ਹਾ ਤੇ ਲਿਖਿਆ 27 ਆਇਤ ਵਿੱਚ ਉਸਨੇ ਪਰਮੇਸ਼ਵਰ ਦੇ ਕਹੇ ਦੇ ਅਨੁਸਾਰ ਕੀਤਾ। ਆਮੇਨ। ਹਾਲੇਲੂਇਆ। 27 ਆਇਤ ਦੇ ਵਿੱਚ ਲਿਖਿਆ, ਉਹਨੇ ਉਸੇ ਤਰ੍ਹਾਂ ਕੀਤਾ ਜਿੱਦਾਂ ਪਰਮੇਸ਼ਵਰ ਨੇ ਉਹਨੂੰ ਕਿਹਾ ਸੀ। ਹਾਲੇਲੂਇਆ। ਇੱਕ ਵਿਅਕਤੀ ਕਣਕ ਛੱਡ ਰਿਹਾ ਹੈ, ਸਿੰਪਲ ਦੁਸ਼ਮਣਾਂ ਤੋਂ ਕਹਿ ਲੋ ਲੁਕਾ ਕੇ ਕਿਤੇ ਉਹਨਾਂ ਦੀ ਕਣਕ ਦੁਸ਼ਮਣ ਨਾ ਲੈ ਜਾਣ। ਪਰਮੇਸ਼ਵਰ ਨੇ ਉਹਦੇ ਜਜ਼ਬੇ ਨੂੰ ਦੇਖਿਆ, ਹਿੰਮਤ ਨੂੰ ਦੇਖਿਆ, ਕਿੰਨੀ ਚਤੁਰਾਈ ਦੇ ਨਾਲ, ਕਿੰਨੀ ਹਿੰਮਤ ਦੇ ਨਾਲ ਆਪਣੀ ਕੌਮ ਦੇ ਲਈ, ਆਪਣੇ ਘਰਾਣੇ ਦੇ ਲਈ ਕਣਕ ਛੱਡ ਰਿਹਾ ਹੈ। ਹਾਲੇਲੂਇਆ। ਆਮੇਨ। ਤੇ ਪਰਮੇਸ਼ਵਰ ਨੇ ਜਦੋਂ ਵੇਖਿਆ ਕਿ ਇਹ ਆਪਣੀ ਫੈਮਿਲੀ ਦੀ ਇੰਨੀ ਚਿੰਤਾ ਕਰਕੇ, ਹਿੰਮਤ ਕਰਕੇ ਕਰ ਰਿਹਾ ਹੈ, ਇਹਨੂੰ ਮੈਂ ਇਸਤੇਮਾਲ ਕਰਾਂਗਾ ਪੂਰੀ ਜਾਤੀ ਨੂੰ, ਪੂਰੀ ਇਸਰਾਇਲ ਕੌਮ ਨੂੰ ਛਡਾਉਣ ਦੇ ਲਈ। ਆਮੇਨ। ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਮੈਂ ਤੇਰੇ ਨਾਲ ਹੋਵਾਂਗਾ, ਤੂੰ ਜਾ। ਫਿਰ ਉਹਨੇ ਪਰਮੇਸ਼ਵਰ ਨੂੰ ਨਾ ਨਹੀਂ ਕੀਤੀ, ਪਰ ਉਹਨੇ ਇੰਨਾ ਜ਼ਰੂਰ ਕਿਹਾ ਕਿ ਮੈਂ ਕਿੱਦਾਂ ਕਰ ਸਕਦਾ, ਕਿਉਂਕਿ ਮੈਂ ਇਕੱਲਾ ਹਾਂ। ਹਾਲੇਲੂਇਆ। ਪਰਮੇਸ਼ਵਰ ਨੇ ਉਹਨੂੰ ਕਿਹਾ ਤੂੰ ਜਾ, ਮੈਂ ਤੇਰੇ ਨਾਲ ਹੋਵਾਂਗਾ। ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਹੋਇਆ ਅੱਗੇ ਵਧਿਆ। ਹਾਲੇਲੂਇਆ। ਜਦੋਂ ਅੱਗੇ ਵਧਿਆ, ਅੱਗੇ ਚੱਲ ਕੇ 7 ਆਇਤ, ਉਹਦੀ 2 ਆਇਤ ਦੇ ਵਿੱਚ ਪੜ੍ਹੀਏ। ਅਗਲਾ ਅਧਿਆਇ ਖੋਲੀਏ, 7 ਅਧਿਆਇ, ਉਹਦੀ 2 ਆਇਤ ਦੇ ਵਿੱਚ ਪੜ੍ਹੀਏ। ਇਸ ਜਗ੍ਹਾ ਤੇ ਲਿਖਿਆ, ਤਾਂ ਯਹੋਵਾ ਨੇ ਗਿਦੋਨ ਨੂੰ ਆਖਿਆ, ਮਿਦਿਆਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਹਨ। ਹਾਲੇਲੂਇਆ। ਪਰਮੇਸ਼ਵਰ ਨੇ ਜਦੋਂ ਉਹਨੂੰ ਕਿਹਾ ਸੀ ਤੂੰ ਜਾ, ਤੇ ਉਹਨੇ ਆਪਣੇ ਲੋਕਾਂ ਨੂੰ ਨਾਲ ਲਿੱਤਾ ਕਿ ਮੈਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਹੈ, ਆਓ ਅਸੀਂ ਚੱਲੀਏ, ਦੁਸ਼ਮਣਾਂ ਦੇ ਉੱਤੇ ਫਤਹ ਪਾਈਏ। ਹਾਲੇਲੂਇਆ। ਉਹਦੇ ਨਾਲ ਕਈ ਲੋਕ ਉੱਠੇ, ਉਹਦੇ ਨਾਲ ਚੱਲਣਾ ਸ਼ੁਰੂ ਕੀਤਾ ਕਿ ਅਸੀਂ ਤੇਰੇ ਨਾਲ ਆ, ਤੂੰ ਅੱਗੇ ਵਧ, ਅਸੀਂ ਤੇਰੇ ਨਾਲ ਆ, ਅਸੀਂ ਆਪਣੇ ਦੁਸ਼ਮਣਾਂ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ। ਹਾਲੇਲੂਇਆ। ਇਸ ਜਗ੍ਹਾ ਤੇ ਧਿਆਨ ਦੇ ਨਾਲ ਪੜ੍ਹੀਏ। 7 ਅਧਿਆਇ, ਉਹਦੀ 2 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਤੇ ਯਹੋਵਾ ਨੇ ਗਿਦਿਓਨ ਨੂੰ ਆਖਿਆ,
ਕਿ ਮੈਂ ਤੇਰੇ ਦੁਸ਼ਮਣਾਂ ਨੂੰ ਆਲਰੇਡੀ ਤੇਰੇ ਹੱਥ ਦੇ ਵਿੱਚ ਕਰ ਦਿੱਤਾ ਹੈ, ਤੇ ਜਿਹੜੇ ਲੋਕ ਤੇਰੇ ਨਾਲ ਖੜੇ ਹੋਏ ਨੇ ਇਸ ਸਮੇਂ ਜਾਣ ਦੇ ਲਈ, ਇਹ ਬਹੁਤ ਜ਼ਿਆਦਾ ਨੇ। ਆਮੀਨ। ਇਹ ਲੋਕ ਬਹੁਤ ਜ਼ਿਆਦਾ ਨੇ। ਅੱਗੇ ਚੱਲ ਕੇ ਪਰਮੇਸ਼ਰ ਉਹਨੂੰ ਕਹਿ ਰਿਹਾ ਹੈ, ਹਾਲੇਲੂਇਆ, ਜਦੋਂ ਤੁਸੀਂ ਇਹਦੀ 3 ਆਇਤ ਪੜੋਗੇ, ਉਹਦੇ ਵਿੱਚ ਲਿਖਿਆ ਹੋਇਆ ਹੈ, ਜਦੋਂ ਪਰਮੇਸ਼ਰ ਨੇ ਕਿਹਾ ਕਿ ਲੋਕ ਬਹੁਤ ਜ਼ਿਆਦਾ ਹੈ, 3 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਡੋਰਾ ਫੇਰ ਅਤੇ ਆਖ ਪਈ, ਜਿਹੜਾ ਘਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ। ਆਮੀਨ। ਪਰਮੇਸ਼ਰ ਗਿਦਿਓਨ ਨੂੰ ਕਹਿ ਰਿਹਾ ਆ ਕਿ ਤੂੰ ਢੰਡੋਰਾ ਪਿਟਵਾ, ਜਿੰਨੇ ਜਨਤਾ ਤੇਰੇ ਨਾਲ ਦੁਸ਼ਮਣਾਂ ਦੇ ਉੱਤੇ ਫਤਹ ਪਾਉਣ ਲਈ ਤੇਰੇ ਨਾਲ ਚੱਲ ਪਈ ਹੈ, ਇਹਨਾਂ ਨੂੰ ਕਹਿ ਕਿ ਜਿਹੜੇ ਡਰਨ ਵਾਲੇ ਨੇ, ਜਿਨ੍ਹਾਂ ਦਾ ਜੀ ਘਬਰਾ ਰਿਹਾ, ਹਾਏ ਅਸੀਂ ਜਿੱਤਾਂਗੇ ਕਿ ਨਹੀਂ ਜਿੱਤਾਂਗੇ, 7 ਸਾਲ ਪਹਿਲਾਂ ਹੀ ਉਹ ਸਾਨੂੰ ਸਤਾ ਰਹੇ ਨੇ, ਪਤਾ ਨਹੀਂ ਕੀ ਹੋਏਗਾ। ਗਿਦਿਓਨ ਨੇ ਕਹਿ ਦਿੱਤਾ ਏ, ਪਤਾ ਨਹੀਂ ਗਿਦਿਓਨ ਸੱਚ ਬੋਲ ਰਿਹਾ ਝੂਠ ਬੋਲ ਰਿਹਾ। ਉਹਨਾਂ ਦੇ ਪਰਮੇਸ਼ਰ ਕਹਿ ਰਿਹਾ ਕਿ ਕਈਆਂ ਦੇ ਅੰਦਰ ਇਹ ਗੱਲਾਂ ਚੱਲ ਰਹੀਆਂ ਨੇ, ਉਹਨਾਂ ਨੂੰ ਕਹਿ ਦੇ ਜਿਹੜੇ ਡਰ ਰਹੇ ਨੇ, ਜਿਹੜੇ ਘਾਬਰ ਰਹੇ ਨੇ, ਉਹ ਪਿਛਾਂਹ ਮੁੜ ਜਾਣ। ਹਾਲੇਲੂਇਆ। ਉਹ ਲੋਕ ਪਿਛਾਂਹ ਮੁੜ ਜਾਣ, ਮੇਰੇ ਨਾਲ ਨਾ ਆਉਣ। ਇਸ ਜਗ੍ਹਾ ਤੇ ਜਦੋਂ ਗਿਦਿਓਨ ਨੇ ਉਹਨਾਂ ਨੂੰ ਕਿਹਾ ਕਿ ਜਿੰਨੇ ਜਾਨ ਤੁਸੀਂ ਡਰ ਰਹੇ ਹੋ, ਘਾਬਰ ਰਹੇ ਹੋ, ਤੁਸੀਂ ਪਿਛਾਂਹ ਮੁੜ ਜਾਓ, ਜਿਹੜੇ ਘਬਰਾ ਰਹੇ ਹੋ। ਔਰ ਜਿਹੜੇ ਘਬਰਾ ਰਹੇ ਸੀ, 3 ਆਇਤ ਦੇ ਵਿੱਚ ਲਿਖਿਆ ਕਿ 22,000 ਲੋਕ ਉਸੇ ਸਮੇਂ ਵਾਪਸ ਮੁੜ ਗਏ। ਹਾਲੇਲੂਇਆ। 22,000 ਗਿਣਤੀ ਵੇਖ ਰਹੇ ਹੋ, 22,000 ਵਾਪਸ ਮੁੜ ਗਏ ਤੇ 10,000 ਨਾਲ ਰਹਿ ਗਏ। ਟੋਟਲ ਕਿੰਨੇ ਹੋ ਗਏ? 32 32,000 ਹੀ ਹੋ ਗਏ। 22,000 ਵਾਪਸ ਮੁੜ ਗਏ, ਜਿਹੜੇ ਘਬਰਾ ਰਹੇ ਸੀ, ਜਿਹੜੇ ਡਰ ਰਹੇ ਸੀ, ਉਹ ਵਾਪਸ ਮੁੜ ਗਏ ਤੇ 10,000 ਗਿਦਿਓਨ ਦੇ ਨਾਲ ਰਹਿ ਗਏ। ਹਾਲੇਲੂਇਆ। ਜਦੋਂ 10,000 ਗਿਦਿਓਨ ਦੇ ਨਾਲ ਰਹਿ ਗਏ, ਅੱਗੇ ਵਚਨ ਦੇ ਵਿੱਚ ਲਿਖਿਆ ਹੋਇਆ, ਪਰਮੇਸ਼ਰ ਕਹਿ ਰਿਹਾ ਕਿ ਹਜੇ ਵੀ ਇਹ ਬਹੁਤ ਨੇ ਤੇਰੇ ਨਾਲ। 10,000 ਦੀ ਗਿਣਤੀ ਹਜੇ ਵੀ ਬਹੁਤ ਹੈ, ਕਿਉਂਕਿ ਪਰਮੇਸ਼ਰ ਨਹੀਂ ਸੀ ਚਾਹੁੰਦਾ ਕਿ ਲੋਕ ਇਹ ਸੋਚਣ ਕਿ ਸਾਡੇ ਕਰਕੇ ਅਸੀਂ ਬਹੁਤ ਹੀ ਗਿਣਤੀ ਦੇ ਵਿੱਚ ਅਸੀਂ ਗਿਦਿਓਨ ਦਾ ਸਾਥ ਦਿੱਤਾ ਤਾਂ ਗਿਦਿਓਨ ਜਿੱਤਿਆ ਏ। ਜੇ ਅਸੀਂ ਜੰਗ ਦੇ ਵਿੱਚ ਗਿਦਿਓਨ ਦੇ ਨਾਲ ਨਾ ਹੁੰਦੇ, ਇਹ ਤਾਂ ਨਿੱਕਾ ਜਿਹਾ ਨੇ ਤਾਂ ਹਾਰ ਜਾਣਾ ਸੀ। ਹਾਲੇਲੂਇਆ। ਦੇਖਿਆ ਕਿ 22,000 ਮੁੜ ਗਏ, 10,000 ਨਾਲ ਰਹਿ ਗਏ। ਪਰਮੇਸ਼ਰ ਗਿਦਿਓਨ ਨੂੰ ਕਹਿ ਰਿਹਾ ਕਿ ਹਜੇ ਵੀ ਵੱਧ ਨੇ। ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਕਿ ਮੈਂ ਲੋਕਾਂ ਨੂੰ ਪਰਤਾਣਾ ਚਾਹੁੰਦਾ ਆ, ਮੈਂ ਵੇਖਣਾ ਚਾਹੁੰਦਾ ਆ ਇਹਨਾਂ ਵਿੱਚੋਂ ਕਿੰਨੇ ਤੇਰਾ ਸਾਥ ਦੇਣ ਲਈ ਤਿਆਰ ਨੇ। ਫਿਰ ਪਰਮੇਸ਼ਰ ਗਿਦਿਓਨ ਨੂੰ ਕਹਿਣ ਲੱਗਾ ਕਿ ਇਹਨਾਂ 10,000 ਦੀ ਭੀੜ ਨੂੰ ਵੀ ਕਹਿ, 22,000 ਤੇ ਪਹਿਲਾਂ ਵਾਪਸ ਮੁੜ ਗਏ, 10,000 ਗਿਦਿਓਨ ਦੇ ਨਾਲ ਨੇ। ਪਰਮੇਸ਼ਰ ਕਹਿਣ ਲੱਗੇ ਕਿ ਗਿਦਿਓਨ ਇਹਨਾਂ ਨੂੰ ਕਹਿ ਕਿ ਤੁਹਾਡੇ ਵਿੱਚੋਂ, ਉਸ ਜਗ੍ਹਾ ਤੇ ਲਿਖਿਆ ਕਿ ਤੁਹਾਡੇ ਵਿੱਚੋਂ ਜਿਹੜੇ ਗੋਡੇ ਨਿਵਾ ਕੇ, ਘੁਟਨਿਆਂ ਤੇ ਆ ਕੇ, ਲਾਗੇ ਇੱਕ ਨਦੀ ਸੀ, ਘੁਟਨੇ ਨਿਵਾ ਕੇ ਜਿਹੜੇ ਉਸ ਨਦੀ ਦੇ ਵਿੱਚੋਂ ਕੁੱਤਿਆਂ ਦੇ ਵਾਂਗੂ ਲੱਕ ਲੱਕ ਕਰਕੇ ਪਾਣੀ ਪੀਣਗੇ। ਕੁੱਤੇ ਨੂੰ ਤੁਸੀਂ ਵੇਖਿਆ ਹੋਵੇਗਾ ਕਿਸ ਤਰ੍ਹਾਂ ਕੁੱਤਾ ਪਾਣੀ ਪੀਂਦਾ, ਹੱਥ ਨਹੀਂ ਲਗਾਉਂਦਾ, ਉਹ ਸਿੱਧਾ ਮੂੰਹ ਪਾਣੀ ਦੇ ਵਿੱਚ ਰੱਖਦਾ ਆ ਔਰ ਆਪਣੀ ਜ਼ੁਬਾਨ ਦੇ ਨਾਲ ਲੱਕ ਲੱਕ ਕਰਕੇ ਪਾਣੀ ਪੀ ਰਿਹਾ ਹੈ। ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਕਿ 10,000 ਦੀ ਭੀੜ ਨੂੰ ਕਹਿ ਦੇ ਕਿ ਜੇ ਤੁਹਾਡੇ ਵਿੱਚੋਂ, ਮੈਂ ਦੇਖਣਾ ਚਾਹੁੰਦਾ ਹਾਂ ਕਿ ਕੌਣ ਗੋਡੇ ਨਿਵਾ ਕੇ ਕੁੱਤਿਆਂ ਦੇ ਤਰ੍ਹਾਂ ਲੱਕ ਲੱਕ ਕਰਕੇ ਪਾਣੀ ਪੀਣਗੇ। ਆਮੀਨ। ਹਾਲੇਲੂਇਆ। ਉਸ ਜਗ੍ਹਾ ਤੇ ਲਿਖਿਆ ਕਿ ਸਿਰਫ ਥੋੜੇ ਲੋਕ ਸੀ, ਗਿਣਤੀ ਲਿਖੀ ਹੋਈ ਹੈ ਇਸ ਜਗ੍ਹਾ ਤੇ, ਜਿਨ੍ਹਾਂ ਨੇ ਲੱਕ ਲੱਕ ਕਰਕੇ ਪਾਣੀ ਪੀਤਾ, ਆਪਣੇ ਅਗੂਏ ਦੀ ਗੱਲ ਨੂੰ ਮੰਨਿਆ। ਆਮੀਨ। ਉਸ ਸਮੇਂ ਗਿਦਿਓਨ ਉਹਨਾਂ ਦਾ ਅਗੂਆ ਸੀ, ਉਹਨਾਂ ਦੀ ਅਗਵਾਈ ਕਰ ਰਿਹਾ ਸੀ ਜਿੱਤਣ ਦੇ ਲਈ। ਹਾਲੇਲੂਇਆ। ਉਸ ਜਗ੍ਹਾ ਤੇ ਲਿਖਿਆ ਸਿਰਫ 300 ਲੋਕ ਸੀ ਜਿਨ੍ਹਾਂ ਨੇ ਲੱਕ ਲੱਕ ਕਰਕੇ ਪਾਣੀ ਪੀਤਾ, ਗੋਡੇ ਨਿਵਾ ਕੇ। ਇਸ ਜਗ੍ਹਾ ਤੇ ਪਰਮੇਸ਼ਰ ਉਹਨਾਂ ਦੀ ਅਧੀਨਗੀ ਨੂੰ, ਉਹਨਾਂ ਦੀ ਹਲੀਮਗੀ ਨੂੰ ਦੇਖ ਰਿਹਾ ਸੀ, ਕਿੰਨੇ ਕੁ ਅਧੀਨ ਨੇ। ਹਾਲੇਲੂਇਆ। ਕਿੰਨੇ ਕੁ ਨਮਰ ਨੇ, ਕਿੰਨੇ ਕੁ ਅਧੀਨ ਨੇ। ਹਾਲੇਲੂਇਆ। ਤੇ ਜਿੰਨਿਆਂ ਨੇ ਲੱਕ ਲੱਕ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਸਿਰਫ 300 ਸੀ ਤੇ ਜਿਹੜੇ 9,700 ਸੀ ਜਿਹੜੇ ਬਾਕੀ ਰਹਿ ਗਏ। 22,000 ਪਹਿਲਾਂ ਮੁੜ ਗਏ, ਜਿਹੜੇ 10,000 ਬਚੇ ਸੀ ਉਹਨਾਂ ਵਿੱਚੋਂ 9,700
ਵਾਪਸ ਮੁੜ ਗਏ। ਕਿਉਂ? ਕਿਉਂਕਿ ਉਹਨਾਂ ਨੇ ਲੱਖ ਲੱਖ ਕਰਕੇ ਪਾਣੀ ਨਹੀਂ ਪੀਤਾ। ਜਿਸ ਤਰ੍ਹਾਂ ਪਰਮੇਸ਼ਰ ਦੇ ਜਨ ਨੇ ਕਿਹਾ ਸੀ ਉਸ ਤਰ੍ਹਾਂ ਉਹਨਾਂ ਨੇ ਨਹੀਂ ਕੀਤਾ। ਔਰ ਸਿਰਫ 300 ਲੋਕ ਸੀ ਜਿਨ੍ਹਾਂ ਨੇ ਲੱਖ ਲੱਖ ਕਰਕੇ ਪਾਣੀ ਪੀਤਾ, ਜਿਹੜੇ ਪੂਰੇ ਉਤਰੇ। ਹਾਲੇਲੂਇਆ। ਜਿਸ ਤਰ੍ਹਾਂ ਪ੍ਰਭੂ ਦੇ ਜਨ ਨੇ, ਜਿਸ ਤਰ੍ਹਾਂ ਗਿਦਿਓਨ ਨੇ ਉਹਨਾਂ ਨੂੰ ਕਿਹਾ, ਉਸੇ ਤਰ੍ਹਾਂ ਕੀਤਾ। ਔਰ 9 ਆਇਤ ਦੇ ਵਿੱਚ ਪੜਾਂਗੇ, ਇਸ ਜਗ੍ਹਾ ਤੇ ਲਿਖਿਆ 9 ਆਇਤ ਦੇ ਵਿੱਚ, ਤਾਂ ਅਜਿਹਾ ਹੋਇਆ ਜੋ ਉਸ ਰਾਤ ਯਹੋਵਾ ਨੇ ਉਹਨੂੰ ਆਖਿਆ ਉੱਠ। ਹਾਲੇਲੂਇਆ। ਉਸ ਰਾਤ ਯਹੋਵਾ ਨੇ ਉਹਨੂੰ ਆਖਿਆ ਉੱਠ ਅਤੇ ਉਸ ਦਲ ਦੇ ਕੋਲ ਜਾ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਹਾਲੇਲੂਇਆ। ਪਰਮੇਸ਼ਰ ਨੇ ਕਿਹਾ ਗਿਦਿਓਨ ਉੱਠ, ਮੈਂ ਆਲਰੇਡੀ ਤੇਰੇ ਦੁਸ਼ਮਣਾਂ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਹਾਲੇਲੂਇਆ। ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਆਮੇਨ। ਹਾਲੇਲੂਇਆ। ਕਦੋਂ ਕਿਹਾ? ਰਾਤ ਨੂੰ। ਇਸ ਜਗ੍ਹਾ ਤੇ ਤੁਸੀਂ ਜਦੋਂ ਪੜੋਗੇ, ਰਾਤ ਨੂੰ ਯਹੋਵਾ ਨੇ ਆਖਿਆ ਉੱਠ। ਕਈ ਵਾਰ ਰਾਤ ਨੂੰ ਉੱਠਣਾ ਔਖਾ ਹੈ। ਹਾਲੇਲੂਇਆ। ਕਿੰਨੇ ਤੁਸੀਂ ਰਾਤ ਨੂੰ ਉੱਠ ਕੇ ਪ੍ਰਾਰਥਨਾ ਕਰ ਰਹੇ ਹੋ? ਅੱਧੀ ਰਾਤ ਉੱਠ ਕੇ ਪ੍ਰਾਰਥਨਾ ਕਰ ਰਹੇ ਹੋ, 12 ਵਜੇ ਤੋਂ ਬਾਅਦ ਔਰ 5 ਵਜੇ ਤੋਂ ਪਹਿਲਾਂ। ਰਾਤ ਨੂੰ ਉੱਠਣਾ ਔਖਾ ਹੈ। ਆਮੇਨ। ਹਾਲੇਲੂਇਆ। ਇਸ ਜਗ੍ਹਾ ਤੇ ਫਿਰ ਗਿਦਿਓਨ ਹਿੰਮਤ ਦਿਖਾ ਰਿਹਾ, ਉਹ ਉੱਠਿਆ। ਆਮੇਨ। ਲਿਖਿਆ ਪਰਮੇਸ਼ਰ ਨੇ ਕਿਹਾ ਕਿ ਮੈਂ ਤੈਨੂੰ ਫਤਹ ਜਿਹੜੀ ਆ ਉਹ ਦੇ ਦਿੱਤੀ ਹੈ ਆਲਰੇਡੀ। ਹਾਲੇਲੂਇਆ। ਔਰ ਜਦੋਂ ਤੁਸੀਂ ਅੱਗੇ ਪੜੋਗੇ, ਅੱਗੇ ਲਿਖਿਆ ਹੈ 10 ਆਇਤ ਦੇ ਵਿੱਚ, ਜੇ ਤੂੰ ਇਕੱਲਾ ਲੈਣ ਤੋਂ ਡਰਦਾ ਹੈ ਤਾਂ ਤੂੰ ਆਪਣੇ ਚੇਲੇ ਨੂੰ ਨਾਲ ਲੈ। ਉਸ ਜਗ੍ਹਾ ਤੇ ਜਦੋਂ ਤੁਸੀਂ ਅੱਗੇ ਸਟੋਰੀ ਨੂੰ ਪੜੋਗੇ, ਉਸ ਜਗ੍ਹਾ ਤੇ ਲਿਖਿਆ ਕਿ ਜਿਹੜੇ ਦੁਸ਼ਮਣ ਸੀ, ਜਿਹੜੇ ਮਿਦਿਆਨੀ ਸੀ, ਉਹ ਅਣਗਿਣਤ ਸੀ। ਉਹਨਾਂ ਦੀ ਗਿਣਤੀ ਕੋਈ ਵੀ ਨਹੀਂ ਸੀ। ਹਾਲੇਲੂਇਆ। ਟਿੱਡੀਆਂ ਵਾਂਗੂ ਸੀ ਉਹ, ਬਹੁਤ ਜਨ ਸੀ। ਤੇ ਗਿਦਿਓਨ ਤੇ ਉਹਦੇ ਨਾਲ ਕਿੰਨੇ ਆਦਮੀ ਸੀ? 300 300 ਪਲੱਸ 1 301 ਜਣੇ ਸੀ। 300 ਉਹ ਲੋਕ ਜਿਹੜੇ ਗਿਦਿਓਨ ਦੇ ਨਾਲ ਸੀ, ਔਰ ਇੱਕ ਗਿਦਿਓਨ। ਕਿੰਨੇ ਹੋ ਗਏ? 301। ਪਰਮੇਸ਼ਵਰ ਦੇ ਲੋਕ ਕਿੰਨੇ ਸੀ? 301। ਤੇ ਜਿਹੜੇ ਦੁਸ਼ਮਣ ਸੀ ਉਹ ਅੱਗੇ ਜਦੋਂ ਤੁਸੀਂ ਪੜੋਗੇ, ਅੱਗੇ ਵਚਨਾਂ ਨੂੰ ਪੜੋਗੇ, ਥੱਲੇ ਜਾ ਕੇ ਜਦੋਂ ਉਸ ਜਗ੍ਹਾ ਤੇ ਲਿਖਿਆ ਉਹ ਅਣਗਿਣਤ ਸੀ, ਕੋਈ ਗਿਣਤੀ ਨਹੀਂ ਸੀ, ਉਹਨਾਂ ਦੀ ਗਿਣਤੀ ਤੋਂ ਬਾਹਰ ਸੀ। ਉਸ ਜਗ੍ਹਾ ਤੇ ਲਿਖਿਆ ਕਿ ਉਹ ਢੇਰ ਸਾਰੇ ਸੀ, ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ। ਆਮੇਨ। ਸਮੁੰਦਰ ਦੇ ਕੰਢੇ ਦੀ ਰੇਤ ਤੁਸੀਂ ਚੁੱਕ ਕੇ ਉਹਦੇ ਦਾਣੇ ਗਿਣ ਸਕਦੇ ਹੋ? ਅਸੀਂ ਨਹੀਂ ਗਿਣ ਸਕਦੇ ਕਿੰਨੇ ਦਾਣੇ ਨੇ ਉਸ ਰੇਤ ਦੇ ਵਿੱਚ। ਆਮੇਨ। ਇਸ ਜਗ੍ਹਾ ਤੇ ਲਿਖਿਆ ਕਿ ਉਹ ਮਿਦਿਆਨੀ, ਅਮਾਲੇਕੀ ਟਿੱਡੀਆਂ ਵਾਂਗਰ ਢੇਰ ਸਾਰੇ ਸਨ, ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਸਨ, ਅਣਗਿਣਤ ਸਨ। ਪਰ ਪਰਮੇਸ਼ਰ ਦੇ ਲੋਕ ਕਿੰਨੇ ਸੀ? 301। ਔਰ ਉਹ ਕਿੰਨੇ ਨੇ? ਅਣਗਿਣਤ। ਹਾਲੇਲੂਇਆ। ਤੁਸੀਂ ਸੋਚੋ 300 ਬੰਦਾ ਅਣਗਿਣਤ ਬੰਦਿਆਂ ਉੱਤੇ, ਜੇ ਅਸੀਂ ਆਪਣੇ ਸਿਰਫ ਇਸ ਮਾਈਂਡ ਦੇ ਨਾਲ ਸੋਚੀਏ, ਨਹੀਂ ਜਿੱਤ ਸਕਦਾ। ਆਮੇਨ। ਹਾਲੇਲੂਇਆ। ਅਣਗਿਣਤ ਲੋਕਾਂ ਦੇ ਨਾਲ 300 ਬੰਦਾ ਨਹੀਂ ਜਿੱਤ ਸਕਦਾ। ਮੰਨ ਲਓ ਆਪਣੀ ਆਰਮੀ ਵਿੱਚੋਂ ਸਿਰਫ 300 ਜਣੇ ਹੋਣ ਔਰ ਪੂਰੇ ਦੇਸ਼ਾਂ ਦੇ ਨਾਲ ਲੜਾਈ ਸ਼ੁਰੂ ਹੋ ਜਾਏ, ਤੇ ਕੀ ਇੰਡੀਆ ਦੀ ਆਰਮੀ ਪੂਰੇ ਦੇਸ਼ਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੇਗੀ ਅਣਗਿਣਤ ਸਿਪਾਹੀਆਂ ਦੇ ਨਾਲ, ਅਣਗਿਣਤ ਫੌਜਾਂ ਦੇ ਨਾਲ? ਕਦੇ ਵੀ ਨਹੀਂ, ਜਿੰਨੀ ਦੇਰ ਤੱਕ ਪਰਮੇਸ਼ਰ ਨਾਲ ਨਾ ਹੋਵੇ। ਆਮੇਨ। ਪਰਮੇਸ਼ਰ ਗਿਦਿਓਨ ਦੇ ਨਾਲ ਸੀ। ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਤੇਰੇ ਦੁਸ਼ਮਣਾਂ ਨੂੰ ਤੇਰੇ ਹੱਥ ਦੇ ਵਿੱਚ ਕਰ ਦਿੱਤਾ ਹੈ। ਉੱਠ। ਕਿਉਂਕਿ ਪਰਮੇਸ਼ਰ ਨੂੰ ਪਤਾ ਸੀ ਇਹ ਉੱਠ ਸਕਦਾ ਹੈ, ਇਹ ਕਰ ਸਕਦਾ ਹੈ, ਇਹ ਹਿੰਮਤ ਵਾਲਾ ਹੈ। ਪਰਮੇਸ਼ਰ ਨੇ ਗਿਦਿਓਨ ਨੂੰ ਚੁਣਿਆ। ਪਰਮੇਸ਼ਰ ਸਾਡੀ ਫੈਮਿਲੀ ਬੈਕਗ੍ਰਾਉਂਡ ਨੂੰ, ਪਰਮੇਸ਼ਰ ਸਾਡੇ ਪੈਸੇ ਧੇਲੇ ਨੂੰ ਨਹੀਂ ਦੇਖ ਰਿਹਾ। ਪਰਮੇਸ਼ਰ ਸਾਡੀ ਫੈਮਿਲੀ ਨੂੰ, ਸਾਡੇ ਪਿੰਡ ਨੂੰ, ਸਾਡੇ ਏਰੀਏ ਨੂੰ ਨਹੀਂ ਦੇਖ ਰਿਹਾ, ਕਿਸ ਤਰ੍ਹਾਂ ਦਾ ਏਰੀਆ ਹੈ, ਕਿਸ ਤਰ੍ਹਾਂ ਦੀ ਫੈਮਿਲੀ ਬੈਕਗ੍ਰਾਉਂਡ ਹੈ। ਹਾਲੇਲੂਇਆ। ਕਿਸ ਤਰ੍ਹਾਂ ਦਾ ਇਹਨਾਂ ਦਾ ਪਿਛੋਕੜ ਆ। ਹਾਲੇਲੂਇਆ। ਪਰਮੇਸ਼ਰ ਲੀਸਟ ਨੂੰ ਬੈਸਟ ਬਣਾਉਂਦਾ। ਆਮੇਨ। ਪਰਮੇਸ਼ਰ ਨੀਵਿਆਂ ਨੂੰ ਉੱਚਿਆਂ ਚੁੱਕਣ ਦੀ ਸਾਮਰਥ ਰੱਖਦਾ ਹੈ। ਹਾਲੇਲੂਇਆ। ਜਿਨ੍ਹਾਂ ਨੂੰ ਕੋਈ ਕੁਝ ਨਹੀਂ ਸਮਝਦਾ, ਗਿਦਿਓਨ ਕਹਿ ਰਿਹਾ, ਕਹਿੰਦਾ ਕਿ ਮੈਂ ਆਪਣੇ ਘਰਾਣੇ ਦੇ ਵਿੱਚੋਂ, ਆਪਣੇ ਏਰੀਏ 'ਚੋਂ ਛੋਟਾ ਆ,
ਪਰਮੇਸ਼ਵਰ ਗਿਦਿਓਨ ਨੂੰ ਕਹਿ ਰਿਹਾ ਹੈ ਕਿ ਤੂੰ ਆਲਰੇਡੀ ਜਿੱਤ ਚੁੱਕਿਆ ਹੈ। ਹਾਲੇਲੂਇਆ। ਔਰ ਜਦੋਂ ਤੁਸੀਂ 8 ਅਧਿਆਇ ਉਹਦੀ 28 ਆਇਤ ਪੜੋਗੇ, 8 ਅਧਿਆਇ ਦੀ 28 ਆਇਤ ਪੜੋਗੇ, ਉਸ ਜਗ੍ਹਾ ਤੇ ਲਿਖਿਆ ਆ ਅਜਿਹਾ ਹੋਇਆ ਕਿ ਉਹ ਜਿੱਤ ਗਏ ਸੀ। ਆਮੇਨ। ਗਿਦਿਓਨ ਨੇ ਦੁਸ਼ਮਣਾਂ ਉੱਤੇ ਫਤਹ ਪ੍ਰਾਪਤ ਕਰ ਲਈ। ਉਹਦੇ ਬਾਅਦ ਅਜਿਹਾ ਹੋਇਆ ਕਿ ਉਹ ਸਿਰ ਨਾ ਚੁੱਕ ਸਕੇ। ਉਹਨਾਂ ਦੇ ਦੁਸ਼ਮਣ ਜਿਹੜੇ 7 ਸਾਲ ਗਿਦਿਓਨ ਨੂੰ ਔਰ ਉਹਨਾਂ ਦੀ ਜਾਤੀ ਨੂੰ, ਇਸਰਾਇਲ ਕੌਮ ਨੂੰ 7 ਸਾਲ ਤੱਕ ਸਤਾ ਰਹੇ ਸੀ। ਹਾਲੇਲੂਇਆ। ਲਿਖਿਆ ਕਿ ਅਜਿਹਾ ਹੋਇਆ ਜੋ ਉਹ ਸਿਰ ਨਾ ਚੁੱਕ ਸਕੇ, ਦੁਬਾਰਾ ਸਿਰ ਨਾ ਚੁੱਕ ਸਕੇ। ਕਿੰਨੀ ਦੇਰ ਤੱਕ ਸਿਰ ਨਾ ਚੁੱਕ ਸਕੇ? 40 ਸਾਲ ਤੱਕ ਉਹ ਦੇਸ਼ ਸੁਖੀ ਰਿਹਾ ਵਿਅਕਤੀਆਂ ਦੇ ਨਾਲ। ਆਮੇਨ। ਔਰ ਇਸ ਜਗ੍ਹਾ ਤੇ ਲਿਖਿਆ 8 ਦੀ 28 ਦੇ ਵਿੱਚ ਅਜਿਹਾ ਹੋਇਆ ਜੋ ਉਹ ਸਿਰ ਨਾ ਚੁੱਕ ਸਕੇ। 40 ਸਾਲ ਤੱਕ ਦੇਸ਼ ਜਿਹੜਾ ਸੁਖੀ ਰਿਹਾ। ਸੋਚ ਸਕਦੇ ਹੋ 40 ਸਾਲ ਦੇਸ਼ ਸੁਖੀ ਰਿਹਾ, ਇਸਰਾਈਲੀ ਕੌਮ ਸੁਖੀ ਰਹੀ 40 ਸਾਲ। ਹਾਲੇਲੂਇਆ। ਸੋ ਪਰਮੇਸ਼ਵਰ ਜਿਹੜਾ ਆ ਉਹ ਸਾਡੀ ਸਿਚੁਏਸ਼ਨ ਨਹੀਂ ਦੇਖ ਰਿਹਾ ਕਿੱਦਾਂ ਦੀ ਸਿਚੁਏਸ਼ਨ 'ਚ ਅਸੀਂ ਹਾਂ, ਪਰ ਉਹ ਸਾਡੀ ਹਿੰਮਤ ਨੂੰ, ਸਾਡੇ ਜਜ਼ਬੇ ਨੂੰ ਦੇਖ ਰਿਹਾ। ਕਿੰਨਾ ਕੁ ਮੇਰੇ ਅੰਦਰ ਪ੍ਰਭੂ ਦੇ ਕੰਮ ਕਰਨ ਦੇ ਲਈ, ਪਰਮੇਸ਼ਵਰ ਦੇ ਲਈ ਕਹਿ ਲਓ ਹਿੰਮਤ ਆ। ਹਾਲੇਲੂਇਆ। ਕਿੰਨਾ ਕੁ ਮੈਂ ਕੁਝ ਕਰ ਸਕਦਾ ਆ। ਹਾਲੇਲੂਇਆ। ਸੋ ਉੱਠਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਇਸੇ ਕਰਕੇ ਯਸ਼ਾਇਆ ਉਹਦੀ 60 ਦੇ ਵਿੱਚ ਲਿਖਿਆ, ਉੱਠ ਜਾਗ, ਉੱਠ ਚਮਕ, ਤੇਰਾ ਪ੍ਰਕਾਸ਼ ਜੋ ਆ ਗਿਆ ਹੈ। ਯਹੋਵਾ ਪਰਮੇਸ਼ਵਰ ਦਾ ਸੂਰਜ ਤੇਰੇ ਉੱਤੇ ਚਮਕ ਗਿਆ ਹੈ, ਤੇਰੇ ਉੱਤੇ ਉਦੇ ਹੈ। ਹਾਲੇਲੂਇਆ। ਸੋ ਜਿੰਨੇ ਤੁਸੀਂ ਦੇਖ ਰਹੇ ਹੋ, ਉੱਠਣਾ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਉੱਠਣਾ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਸੋ ਜਿੰਨੇ ਤੁਸੀਂ ਦੇਖ ਰਹੇ ਹੋ, ਇਹ ਪ੍ਰਭੂ ਦੇ ਵਚਨ ਨੂੰ ਯਾਦ ਰੱਖਣਾ, ਉੱਠਣਾ ਬਹੁਤ ਜ਼ਰੂਰੀ ਹੈ। ਜਦੋਂ ਉੱਠਾਂਗੇ ਫੇਰ ਹੀ ਚਮਕਾਂਗੇ। ਆਮੇਨ। ਉੱਠਾਂਗੇ ਫੇਰ ਹੀ ਚਮਕਾਂਗੇ। ਪ੍ਰੇਜ਼ ਗॉड। ਮੰਨ ਲਓ ਸੂਰਜ ਆ, ਜਦੋਂ ਉਹ ਨਿਕਲ ਰਿਹਾ ਹੈ, ਉੱਠ ਰਿਹਾ ਹੈ, ਤਾਂ ਹੀ ਉਹ ਚਮਕ ਰਿਹਾ ਹੈ। ਗਿਦਿਓਨ ਉੱਠਿਆ, ਉਹਨੇ ਕਣਕ ਛੱਟਣਾ ਸ਼ੁਰੂ ਕੀਤਾ। ਪਰਮੇਸ਼ਵਰ ਨੇ ਉਹਨੂੰ ਆਪਣੇ ਕੰਮ ਦੇ ਲਈ ਚੁਣ ਲਿਆ, ਪੂਰੀ ਜਾਤੀ ਦੇ ਲਈ। ਹਾਲੇਲੂਇਆ। ਔਨ ਕਰੋ। ਪਰਮੇਸ਼ਵਰ ਨੇ ਪੂਰੀ ਜਾਤੀ ਦੇ ਲਈ ਗਿਦਿਓਨ ਨੂੰ ਚੁਣ ਲਿਆ। ਹਾਲੇਲੂਇਆ। ਸੋ ਉੱਠਣਾ ਸਾਡੇ ਲਈ ਕਿੰਨਾ ਜ਼ਰੂਰੀ ਆ। ਉੱਠਣਾ ਕੱਲਾ ਨੀਂਦ ਤੋਂ ਜਾਗਣਾ ਨਹੀਂ, ਉੱਠ ਕੇ ਹਿੰਮਤ ਰੱਖਣੀ, ਇੱਕ ਜਜ਼ਬਾ ਰੱਖਣਾ ਕੁਝ ਕਰਨ ਦਾ। ਹਾਲੇਲੂਇਆ। ਆਮੇਨ। 2021 ਤੱਕ ਬਹੁਤ ਪਲਾਨ ਬਣਾਏ ਹੋਣਗੇ ਤੁਸੀਂ, ਜਿਹੜੇ ਹਜੇ ਤੱਕ ਪੂਰੇ ਨਹੀਂ ਕਰ ਪਾਏ, ਪਰ ਇਸ ਸਾਲ ਪ੍ਰਭੂ ਦੇ ਨਾਲ ਵਾਅਦਾ ਕਰੋ, ਪ੍ਰਭੂ ਮੈਂ ਉੱਠਾਂਗਾ ਔਰ ਉੱਠ ਕੇ ਮੈਂ ਤੁਹਾਡੇ ਨਾਮ ਨੂੰ ਚਮਕਾਵਾਂਗਾ। ਜਦੋਂ ਉੱਠਾਂਗੇ ਪ੍ਰਭੂ ਦਾ ਨਾਮ ਵੀ ਚਮਕੇਗਾ ਔਰ ਤੁਸੀਂ ਵੀ ਚਮਕੋਗੇ। ਹਾਲੇਲੂਇਆ। ਤੇ ਜੇ ਉਸ ਵਿਅਕਤੀ ਦੀ ਤਰ੍ਹਾਂ, ਉਸ ਆਲਸੀ ਦੀ ਤਰ੍ਹਾਂ ਜੋ ਮੈਂ ਤੁਹਾਨੂੰ ਦੱਸ ਰਹੀ ਸੀ, ਉਸ ਘੋਲੀਏ ਦੀ ਤਰ੍ਹਾਂ ਆਰਾਮ ਨਾਲ ਬਹਿ ਕੇ ਮਨ ਦੇ ਵਿੱਚ ਹੀ ਘੋਲ ਕਰੀ ਜਾਓਗੇ, ਮੈਂ ਅੱਜ ਨਹੀਂ ਕੱਲ ਕਰਾਂਗਾ, ਕੱਲ ਨਹੀਂ ਪਰਸੋਂ ਪੱਕਾ ਕਰਾਂਗਾ, ਅਗਲੇ ਸਾਲ ਤੇ ਪੱਕਾ ਹੀ ਕਰਾਂਗਾ, ਸਾਰੇ ਸਾਲ ਬੀਤ ਜਾਣਗੇ, ਤੁਹਾਡਾ ਘੋਲ ਖਤਮ ਨਹੀਂ ਹੋਏਗਾ। ਆਮੇਨ। ਗਿਦਿਓਨ ਦੀ ਸਟੋਰੀ ਯਾਦ ਰੱਖਣਾ, ਪ੍ਰਭੂ ਦੇ ਵਚਨਾਂ ਨੂੰ ਯਾਦ ਰੱਖਣਾ। ਹਾਲੇਲੂਇਆ। ਕਿਸ ਤਰ੍ਹਾਂ ਪਰਮੇਸ਼ਵਰ ਨੇ ਥੋੜੇ ਜਿਹੇ ਲੋਕਾਂ ਨੂੰ, 300 ਲੋਕਾਂ ਨੂੰ, ਪਰ 300 ਲੋਕਾਂ ਤੋਂ ਪਹਿਲਾਂ ਕੱਲੇ ਗਿਦਿਓਨ ਨੂੰ ਪਰਮੇਸ਼ਵਰ ਨੇ ਚੁਣਿਆ। ਛੋਟੀ ਜਾਤੀ, ਛੋਟੇ ਕੌਮ, ਛੋਟੇ ਪਿੰਡ, ਛੋਟਾ ਏਰੀਆ, ਜਿਹਦੇ ਕੋਲ ਕੁਝ ਨਹੀਂ ਹੈ। ਕਿਉਂ ਪਰਮੇਸ਼ਵਰ ਨੇ ਚੁਣਿਆ? ਕਿ ਛੋਟੇ ਤੋਂ ਪਰਮੇਸ਼ਵਰ ਆਪਣੇ ਨਾਮ ਨੂੰ ਦਿਖਾਉਣਾ ਚਾਹੁੰਦਾ ਕਿ ਮੈਂ ਸਾਮਰਥੀ ਹਾਂ ਔਰ ਮੈਂ ਸਭ ਕੁਝ ਕਰ ਸਕਦਾ ਹਾਂ। ਹਾਲੇਲੂਇਆ। ਆਮੇਨ। ਔਰ ਅੱਜ ਤੁਸੀਂ ਡਿਸਾਈਡ ਕਰੋ, ਇਹ ਸਮਾਂ ਹੈ ਡਿਸਾਈਡ ਕਰਨ ਦਾ ਕਿ ਪਰਮੇਸ਼ਵਰ, ਮੈਂ ਆਪਣੀ ਫੈਮਿਲੀ ਦੇ ਲਈ, ਪਰਮੇਸ਼ਵਰ ਤੁਹਾਡੇ ਲਈ, ਆਪਣੀ ਕਲੀਸਿਆ ਦੇ ਲਈ, ਆਪਣੇ ਚਰਚ ਦੇ ਲਈ, ਆਪਣੇ ਲੋਕਾਂ ਦੇ ਲਈ, ਕੁਝ ਵੀ ਪ੍ਰਭੂ ਜੋ ਤੁਹਾਡੇ ਮਨ 'ਚ ਪਾ ਰਹੇ ਨੇ, ਪ੍ਰਭੂ ਦੇ ਨਾਲ ਇਹ ਸਮਾਂ ਆ ਵਾਅਦਾ ਕਰਨ ਦਾ। ਪ੍ਰਭੂ ਮੈਂ ਉੱਠਣ ਦੇ ਲਈ ਤਿਆਰ ਆ, ਮੈਂ ਕੁਝ ਕਰਨ ਦੇ ਲਈ ਤਿਆਰ ਆ। ਉਹ ਜਜ਼ਬਾ ਦੇਖੋ ਗਿਦਿਓਨ ਦਾ, ਕਿਹੜੇ ਜਜ਼ਬੇ ਦੇ ਨਾਲ ਉਹ ਕਣਕ ਛੱਡ ਰਿਹਾ ਸੀ। ਹਾਲੇਲੂਇਆ। ਕਿੰਨੀ ਹਿੰਮਤ ਦੇ ਨਾਲ ਉਹ ਕੰਮ ਕਰ ਰਿਹਾ ਸੀ। ਦੁਸ਼ਮਣਾਂ ਦਾ ਵੀ ਉਹਨੂੰ ਧਿਆਨ ਰੱਖਣਾ ਪੈ ਰਿਹਾ ਸੀ ਔਰ ਆਪਣੀ ਫੈਮਿਲੀ ਦੇ ਲਈ ਕਣਕ ਛੱਡ ਕੇ ਅਲੱਗ ਕਰਕੇ ਰੱਖ ਰਿਹਾ ਸੀ। ਆਮੇਨ।
ਉਹ ਚੀਜ਼ ਉਹ ਜਜ਼ਬਾ ਪਰਮੇਸ਼ਰ ਨੂੰ ਪਸੰਦ ਆ ਗਿਆ ਔਰ ਪਰਮੇਸ਼ਰ ਨੇ ਪੂਰੀ ਜਾਤੀ ਦੇ ਲਈ ਉਹਨੂੰ ਖੜਾ ਕੀਤਾ, ਉਹਨੂੰ ਇਸਤੇਮਾਲ ਕੀਤਾ। ਆਮੇਨ, ਹਾਲੇਲੂਇਆ। ਇਹ ਮੈਟਰ ਨਹੀਂ ਕਰਦਾ ਤੁਸੀਂ ਬਹੁਤ ਅਮੀਰ ਹੋਵੋਗੇ, ਤੁਹਾਡਾ ਸਟੇਟਸ ਹਾਈ ਹੋਏਗਾ, ਕੁਝ ਲੈਵਲ ਹੋਏਗਾ, ਗੱਡੀਆਂ ਹੋਣਗੀਆਂ, ਕਾਰਾਂ ਹੋਣਗੀਆਂ, ਘਰ-ਬਾਰ ਵਧੀਆ ਹੋਏਗਾ, ਫਿਰ ਹੀ ਤੁਸੀਂ ਕੁਝ ਪਰਮੇਸ਼ਰ ਦੇ ਲਈ ਵਧੀਆ ਕਰ ਸਕਦੇ ਹੋ ਜਾਂ ਆਪਣੇ ਘਰ ਦੇ ਲਈ ਕੁਝ ਕਰ ਸਕਦੇ ਹੋ। ਆਮੇਨ, ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਮੈਂ ਦੱਸ ਰਹੀ ਹਾਂ ਲੀਸਟ ਨੂੰ ਬੈਸਟ ਬਣਾਉਣ ਦੀ ਸਾਮਰਥ ਰੱਖਦਾ ਹੈ, ਪਰ ਉਸ ਤੋਂ ਪਹਿਲਾਂ ਸਾਡੇ ਅੰਦਰ ਉੱਠਣ ਦੀ ਸਾਮਰਥ ਹੋਣੀ ਚਾਹੀਦੀ ਹੈ। ਹਾਲੇਲੂਇਆ। ਸੋ ਇਹ ਸਮਾਂ ਹੈ। ਆਮੇਨ, ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਯਸ਼ਾਇਆ ਤੁਹਾਨੂੰ ਮੈਂ ਦੱਸ ਰਹੀ ਸੀ, ਇਹ ਸਮਾਂ ਹੈ ਉੱਠਣ ਦਾ। ਹਾਲੇਲੂਇਆ। 2022 ਅੱਜ ਦੇ ਦਿਨ ਤੋਂ ਬਾਅਦ ਅੱਜ ਤੱਕ ਜੋ ਨਹੀਂ ਕਰ ਪਾਏ, ਸੋਚ ਰਹੇ ਹੋ ਮੈਂ ਕੱਲ ਕਰਾਂਗਾ, ਪਰਸੋਂ ਕਰਾਂਗਾ, ਉੱਠੀਏ। ਹਾਲੇਲੂਇਆ। ਉੱਠੀਏ। ਮੈਂ ਤੁਹਾਨੂੰ ਪ੍ਰਭੂ ਦੇ ਵਚਨ ਦੇ ਵਿੱਚੋਂ ਕਹਿ ਰਹੀ ਹਾਂ, ਉੱਠ, ਚਮਕ। ਤੁਹਾਨੂੰ ਇੱਕ ਇੱਕ ਨੂੰ ਪ੍ਰਭੂ ਦਾ ਵਚਨ ਅੱਜ ਕਹਿ ਰਿਹਾ ਹੈ, ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ। ਹਾਲੇਲੂਇਆ। ਤੇਰਾ ਚਾਨਣ ਜੋ ਆ ਗਿਆ ਹੈ, ਯਹੋਵਾ ਦਾ ਪ੍ਰਤਾਪ ਤੇਰੇ ਉੱਤੇ ਆ ਗਿਆ ਹੈ। ਹਾਲੇਲੂਇਆ। ਤੇਰੇ ਉੱਤੇ ਚਮਕ ਪਿਆ ਹੈ। ਆਮੇਨ, ਹਾਲੇਲੂਇਆ। ਉੱਠੋ, ਚਮਕੋ ਪ੍ਰਭੂ ਦੇ ਨਾਮ ਦੇ ਵਿੱਚ। ਪ੍ਰਭੂ ਤੁਹਾਨੂੰ ਬਲੈਸ ਕਰੇ ਸਾਰਿਆਂ ਨੂੰ ਔਰ ਇਸ ਵਚਨ ਦੇ ਦੁਆਰਾ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਹਾਲੇਲੂਇਆ। ਸੋ ਯਾਦ ਰੱਖਣਾ, ਜੇ ਨਹੀਂ ਉੱਠ ਰਹੇ ਤੇ ਅਸੀਂ ਲੇਜ਼ੀ ਆ, ਸੁਸਤ ਆ। ਸੁਸਤ ਲੋਕਾਂ ਨੂੰ ਪਰਮੇਸ਼ਰ ਪਸੰਦ ਨਹੀਂ ਕਰਦਾ, ਜੋ ਮਨ ਚ ਘੋਲ ਕਰ ਰਹੇ ਨੇ ਪਰ ਇੱਕ ਹਿੰਮਤ ਨਹੀਂ ਰੱਖ ਰਹੇ ਕੁਝ ਕਰਨ ਦੀ। ਉਹਨਾਂ ਨੂੰ ਪਰਮੇਸ਼ਰ, ਉਹ ਮਾਲਕ ਕਹਿ ਰਿਹਾ ਹੈ, ਇਸ ਆਲਸੀ ਚਾਕਰ ਨੂੰ ਮੰਨੋ ਤੇ ਘੋਰ ਅੰਧਕਾਰ ਦੇ ਵਿੱਚ ਸੁੱਟ ਕੇ ਆਓ। ਕਿਉਂ? ਕਿਉਂਕਿ ਇਹਨੇ ਸੁਸਤੀ ਕੀਤੀ, ਇਹਨੇ ਕੁਝ ਵੀ ਨਹੀਂ ਕੀਤਾ। ਪਰਮੇਸ਼ਰ ਨੇ ਆਦਮੀ ਨੂੰ ਸੁਸਤ ਰਹਿਣ ਲਈ ਨਹੀਂ ਬਣਾਇਆ। ਹਾਲੇਲੂਇਆ। ਖਿਚੜੀਆਂ ਪਕਾਉਣ ਲਈ ਨਹੀਂ ਬਣਾਇਆ। ਉਹਨੇ ਆਦਮੀ ਨੂੰ ਕਿਹਾ, ਉੱਠ ਔਰ ਅਦਨ ਦੇ ਬਾਗ ਦੀ ਰਾਖੀ ਕਰ। ਹਾਲੇਲੂਇਆ। ਅੱਜ ਡਿਸਾਈਡ ਕਰੋ, ਪਰਮੇਸ਼ਰ ਮੈਂ ਉੱਠ ਕੇ ਤੁਹਾਡੇ ਲਈ ਕੁਝ ਕਰਨ ਦੇ ਲਈ ਤਿਆਰ ਹਾਂ। ਮੈਂ ਆਪਣੀ ਫੈਮਿਲੀ ਦੇ ਲਈ, ਆਪਣੀ ਸੁਸਾਇਟੀ ਦੇ ਲਈ, ਆਪਣੇ ਘਰ ਦੇ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਮਾਤਾ ਪਿਤਾ ਦੇ ਲਈ, ਕੁਝ ਵੀ ਹੋ ਸਕਦਾ ਹੈ। ਪਰਮੇਸ਼ਰ ਤੁਹਾਨੂੰ ਉਸ ਦੇ ਵਿੱਚ ਵਧਾਏਗਾ ਜਦੋਂ ਤੁਸੀਂ ਹਿੰਮਤ ਕਰੋਗੇ। ਹਾਲੇਲੂਇਆ। ਉੱਠਣਾ, ਹਿੰਮਤ ਕਰਨੀ ਔਰ ਕਰਨਾ ਸ਼ੁਰੂ ਕਰੋ। ਪ੍ਰਭੂ ਤੁਹਾਨੂੰ ਬਲੈਸ ਕਰੇ ਔਰ ਇਸ ਸਾਮਰਥੀ ਵਚਨਾਂ ਦੇ ਨਾਲ ਪ੍ਰਭੂ ਤੁਹਾਨੂੰ ਸਾਮਰਥ ਦੇਵੇ ਜੇ ਅੱਜ ਤੱਕ ਨਹੀਂ ਉੱਠੇ, ਔਰ ਇਸ ਵਚਨ ਤੋਂ ਬਾਅਦ ਪ੍ਰਭੂ ਤੁਹਾਨੂੰ ਉਠਾਵੇ। ਹਾਲੇਲੂਇਆ। ਗॉड ਬਲੈਸ ਯੂ। ਪ੍ਰਭੂ ਤੁਹਾਨੂੰ ਬਲੈਸ ਕਰੇ ਔਰ ਮਿਲਦੇ ਹਾਂ ਕੱਲ 7 ਵਜੇ ਤੋਂ 8 ਵਜੇ ਤੱਕ ਪ੍ਰਭੂ ਦੇ ਵਚਨਾਂ ਦੇ ਨਾਲ। ਜੋ ਪ੍ਰਭੂ ਮੈਨੂੰ ਸਿਖਾਣਗੇ ਉਹ ਵਚਨ ਮੈਂ ਲੈ ਕੇ ਆਵਾਂਗੀ। ਆਮੇਨ। ਔਰ ਵਰਤਾਂ ਦੇ ਵਿੱਚ ਵੀ ਬਨੇ ਰਹੀਏ। ਦਿਨ ਪ੍ਰਤੀ ਦਿਨ ਅਸੀਂ ਸਾਮਰਥ ਦੇ ਵਿੱਚ ਵਧ ਰਹੇ ਹਾਂ। ਮੈਂ ਖੁਦ ਮਹਿਸੂਸ ਕਰ ਰਹੀ ਹਾਂ ਪ੍ਰਭੂ ਦੀ ਸਾਮਰਥ ਨੂੰ। ਆਮੇਨ। ਦਿਨ ਪ੍ਰਤੀ ਦਿਨ ਜਿਸ ਤਰ੍ਹਾਂ ਅਸੀਂ ਅੱਗੇ ਵਧ ਰਹੇ ਹਾਂ, ਪ੍ਰਭੂ ਦੀ ਸਾਮਰਥ ਦੇ ਵਿੱਚ ਵੀ ਅੱਗੇ ਵਧ ਰਹੇ ਹਾਂ। ਹਾਲੇਲੂਇਆ। ਗॉड ਬਲੈਸ ਯੂ।